ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਮਾਰਟ ਮੂਵਸ ਕਲਾਸਿਸ 'ਤੇ। ਅੱਜ ਫਿਰ ਤੁਹਾਡੇ ਸਾਹਮਣੇ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਅੱਜ ਆਪਾਂ ਸਮਾਜਿਕ ਸਿੱਖਿਆ ਲਈ ਜੋ ਕਿ NCERT ਬੇਸਡ MCQ ਆ ਗਏ, ਬਹੁਤ ਇੰਪੋਰਟੈਂਟ MCQ ਆ ਗਏ ਜੋ ਕਿ ਕਈ ਸਾਲਾਂ ਤੋਂ ਰਿਪੀਟ ਹੁੰਦੇ ਆ ਰਹੇ PSTET ਦੇ ਵਿੱਚ ਇਹ ਕੁਐਸਚਨਸ। ਸੋ ਤੁਸੀਂ ਕਲਾਸ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣਾ। ਅਤੇ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਚਲੋ ਜੀ, ਅੱਜ ਦੇ ਇਸ ਕਲਾਸ ਨੂੰ ਸਟਾਰਟ ਕਰਦੇ ਹਾਂ ਅਤੇ ਦੇਖਦੇ ਹਾਂ ਪਹਿਲੇ ਪ੍ਰਸ਼ਨ ਦੇ ਵੱਲ। ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਕੌਣ ਸਨ? ਗੋਪਾਲ ਕ੍ਰਿਸ਼ਨ ਗੋਖਲੇ, ਬਾਲ ਗੰਗਾਧਰ ਤਿਲਕ, ਜੈ ਪ੍ਰਕਾਸ਼ ਜਾਂ ਜਵਾਹਰ ਲਾਲ ਨਹਿਰੂ। ਸੋ ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ ਸਨ। ਸੋ ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ, ਸਾਰਕ ਦੀ ਸਥਾਪਨਾ ਕਦੋਂ ਹੋਈ ਸੀਗੀ? ਸਾਰਕ ਦੀ ਸਥਾਪਨਾ ਕਦੋਂ ਹੋਈ ਸੀ, ਮੀਨਸ ਕਿਹੜੇ ਸਾਲ ਦੇ ਵਿੱਚ ਹੋਈ ਸੀਗੀ? ਜੋ ਕਿ ਇੱਕ ਮੀਨਸ ਕਹਿ ਲਓ ਔਰਗਨਾਈਜੇਸ਼ਨ ਹੈਗੀ। ਉਹ ਕਹਿ ਲਓ ਕਦੋਂ ਹੋਈ ਸੀਗੀ? 1975 'ਚ, 85 'ਚ, 88 'ਚ ਜਾਂ 1995 'ਚ। ਸੋ ਸਾਰਕ ਦੀ ਸਥਾਪਨਾ ਹੋਈ ਸੀਗੀ 8 ਦਸੰਬਰ 1985 ਨੂੰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਕਈ ਵਾਰ ਫੁੱਲ ਡੇਟ ਵੀ ਪੁੱਛ ਲੈਂਦਾ। 8 ਦਸੰਬਰ 1985 ਨੂੰ ਇਹਦੀ ਸਥਾਪਨਾ ਹੋਈ ਸੀਗੀ। ਸੋ ਸਾਰਕ ਦਾ ਫੁੱਲ ਫਾਰਮ ਕੀ ਹੈਗੀ? ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕਾਰਪੋਰੇਸ਼ਨ। ਸੋ ਇਹ ਸਾਰਕ ਦੀ ਫੁੱਲ ਫਾਰਮ ਆ ਗਈ। ਹੁਣ ਇਹਦੀ ਸਥਾਪਨਾ ਕਦੋਂ ਹੋਈ ਸੀਗੀ? 8 ਦਸੰਬਰ 1985 ਨੂੰ। ਹੈੱਡ ਆਫਿਸ ਕਿੱਥੇ ਹੈ ਇਹਦਾ? ਕਾਠਮੰਡੂ, ਨੇਪਾਲ ਦੇ ਵਿੱਚ, ਜੋ ਕਿ ਨੇਪਾਲ ਦੀ ਰਾਜਧਾਨੀ ਵੀ ਹੈ। ਪਹਿਲਾ ਸੰਮੇਲਨ ਜੋ ਕਿ ਢਾਕਾ ਬੰਗਲਾਦੇਸ਼ ਦੇ ਵਿੱਚ ਹੋਇਆ ਸੀ, ਜੋ ਕਿ ਇਸ ਸਾਲ ਪੇਪਰ ਦੇ ਵਿੱਚ ਪੁੱਛਿਆ ਵੀ ਗਿਆ ਸੀ ਕਿ ਸਾਰਕ ਦਾ ਪਹਿਲਾ ਸੰਮੇਲਨ ਕਿੱਥੇ ਹੋਇਆ ਸੀਗਾ। ਸੋ ਇਹ ਹੋਇਆ ਸੀਗਾ ਢਾਕਾ ਦੇ ਵਿੱਚ, ਜੋ ਕਿ ਬੰਗਲਾਦੇਸ਼ ਦੇ ਵਿੱਚ ਹੈ। ਅਲੱਗ-ਅਲੱਗ ਤਰੀਕਿਆਂ ਦੇ ਨਾਲ ਹਰ ਸਾਲ ਪੇਪਰ ਦੇ ਵਿੱਚ ਸਵਾਲ ਪੁੱਛਿਆ ਜਾਂਦਾ ਹੈਗਾ ਸਾਰਕ ਨੂੰ ਲੈ ਕੇ। ਜਾਂ ਤਾਂ ਇਹਦਾ ਪੁੱਛਿਆ ਜਾਂਦਾ ਸਥਾਪਨਾ ਕਦੋਂ ਹੋਈ ਸੀਗੀ? 1985 ਦੇ ਵਿੱਚ ਹੋਈ ਸੀ 8 ਦਸੰਬਰ। ਹੈੱਡ ਆਫਿਸ ਕਿੱਥੇ ਹੈ ਇਹਦਾ? ਕਾਠਮੰਡੂ, ਨੇਪਾਲ ਦੇ ਵਿੱਚ। ਪਹਿਲਾ ਸੰਮੇਲਨ ਕਿੱਥੇ ਹੋਇਆ ਸੀ? ਇਹ ਹੋਇਆ ਸੀਗਾ ਢਾਕਾ, ਬੰਗਲਾਦੇਸ਼ ਦੇ ਵਿੱਚ। ਸੋ ਇਹ ਸਾਰਕ ਨਾਲ ਰਿਲੇਟਡ, ਸਾਰਕ ਦੇ ਵਿੱਚੋਂ ਤੁਹਾਨੂੰ 1 ਨੰਬਰ ਪੱਕਾ ਮਿਲੂਗਾ ਹੀ ਮਿਲੂਗਾ SST ਦੇ ਵਿੱਚ। ਸੋ ਇੱਥੋਂ ਤੁਸੀਂ 1 ਨੰਬਰ ਸਾਰਕ ਦੇ ਵਿੱਚੋਂ ਪੱਕਾ ਕਰ ਸਕਦੇ ਹੋਗੇ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਸਾਰਕ ਦਾ ਮੈਂਬਰ ਦੇਸ਼ ਨਹੀਂ ਹੈ? ਸੋ ਕਿਹੜੇ ਦੇਸ਼ ਆ? ਪਹਿਲਾਂ ਤਾਂ ਇਹ ਕਿਹੜਾ ਦੇਸ਼ ਮੈਂਬਰ ਨਹੀਂ ਆ? ਭਾਰਤ, ਪਾਕਿਸਤਾਨ, ਸ਼੍ਰੀਲੰਕਾ ਜਾਂ ਚੀਨ। ਸੋ ਆਪਾਂ ਦੇਖਦੇ ਹਾਂ, ਕਹਿੰਦੇ ਦੱਖਣੀ ਏਸ਼ੀਆ ਦੇ ਵਿੱਚ ਖੇਤਰੀ ਸਹਿਯੋਗ ਦਾ ਵਿਚਾਰ ਪਹਿਲੀ ਵਾਰ ਉਠਾਇਆ ਸੀਗਾ। ਇਹ ਜੋ ਬਣੀ ਸੀਗੀ ਸਾਰਕ, ਇਹਦੇ ਵਿੱਚ ਪਹਿਲੀ ਵਾਰ ਨਵੰਬਰ ਦੇ ਵਿੱਚ ਇਹਦਾ ਸਹਿਯੋਗ ਦੇ ਨਾਲ ਪਹਿਲੀ ਵਾਰ ਮੁੱਦਾ ਉਠਾਇਆ ਗਿਆ ਸੀਗਾ। ਸੋ ਸਲਾਹ ਮਸ਼ਵਰੇ ਤੋਂ ਬਾਅਦ 7 ਸੰਸਥਾਪਕ ਦੇਸ਼ਾਂ ਕਿਹੜੇ ਸੀਗੇ? ਬੰਗਲਾਦੇਸ਼, ਭਾਰਤ, ਭੂਟਾਨ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ। ਇਹ ਅਪ੍ਰੈਲ 1981 ਦੇ ਵਿੱਚ ਕੋਲੰਬੋ ਵਿੱਚ ਪਹਿਲੀ ਵਾਰ ਮੁਲਾਕਾਤ ਕੀਤੀ ਸੀਗੀ। ਸੋ ਇਹ ਸੀਗੇ ਪਹਿਲੇ 7 ਦੇਸ਼। ਕਿਹੜੇ? ਬੰਗਲਾਦੇਸ਼, ਭਾਰਤ, ਭੂਟਾਨ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ। ਇਹ ਬਾਅਦ ਸੀਗੇ। ਫਿਰ ਕੀ ਹੋਇਆ? ਅਫਗਾਨਿਸਤਾਨ ਜੋ ਕਿ ਲਾਸਟ ਦੇਸ਼ ਬਣਿਆ ਸੀ ਸਾਰਕ ਦਾ, ਨਵਾਂ ਮੈਂਬਰ ਜੁੜਿਆ ਸੀਗਾ 2005 ਦੇ ਵਿੱਚ। 13ਵੇਂ ਸੰਮੇਲਨ ਦੇ ਵਿੱਚ ਸਾਰਕ ਦਾ ਨਵਾਂ ਮੈਂਬਰ ਬਣਿਆ ਸੀਗਾ। ਸੋ ਇਹ ਪਹਿਲਾਂ 7 ਮੈਂਬਰ ਸੀ, ਫਿਰ ਬਾਅਦ ਵਿੱਚ 8ਵਾਂ ਮੈਂਬਰ ਕਿਹੜਾ ਬਣਿਆ ਸੀਗਾ? ਅਫਗਾਨਿਸਤਾਨ। ਹੁਣ ਪੇਪਰ ਦੇ ਵਿੱਚ ਕਿਵੇਂ ਪੁੱਛ ਸਕਦੇ ਆ ਕਿ ਅਫਗਾਨਿਸਤਾਨ ਸਾਰਕ ਦਾ ਕਦੋਂ ਮੈਂਬਰ ਬਣਿਆ? ਸੋ ਕਦੋਂ ਬਣਿਆ? 2005 ਦੇ ਵਿੱਚ। ਕਦੋਂ ਪੁੱਛ ਸਕਦੇ ਹੈਗੇ? 13ਵੇਂ ਸੰਮੇਲਨ ਦੇ ਵਿੱਚ। ਇਹ ਅਲੱਗ-ਅਲੱਗ ਤਰੀਕਿਆਂ ਨਾਲ ਪੇਪਰ ਦੇ ਵਿੱਚ ਸਵਾਲ ਪੁੱਛ ਸਕਦੇ ਹੈਗੇ। ਸੋ ਅਫਗਾਨਿਸਤਾਨ
2005 ਦੇ ਵਿੱਚ ਬਣਿਆ ਸੀਗਾ। ਕਿਹੜੇ ਦੇਸ਼ ਆ ਗਏ? ਬੰਗਲਾਦੇਸ਼, ਭਾਰਤ, ਭੂਟਾਨ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ। ਹੁਣ ਸਵਾਲ ਪ੍ਰਸ਼ਨ ਕੀ ਸੀਗਾ? ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਸਾਰਕ ਦਾ ਮੈਂਬਰ ਦੇਸ਼ ਨਹੀਂ ਹੈ? ਭਾਰਤ ਹੈਗਾ ਸੀ, ਪਾਕਿਸਤਾਨ ਹੈਗਾ, ਸ਼੍ਰੀਲੰਕਾ ਹੈਗਾ, ਕਿਹੜਾ ਨਹੀਂ ਹੈਗਾ? ਚਾਈਨਾ। ਸੋ ਫਿਰ ਸਹੀ ਉੱਤਰ ਕੀ ਹੋ ਜੂ ਆਪਣਾ? ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸੋ ਸਾਰਕ ਦੇ ਵਿੱਚੋਂ ਇਹ ਰਿਲੇਟਡ ਪ੍ਰਸ਼ਨ ਪੁੱਛ ਸਕਦੇ ਆ। ਤੁਸੀਂ ਇਹ ਜਾਣਕਾਰੀ ਕਾਪੀ 'ਤੇ ਵੀ ਨੋਟ ਕਰ ਸਕਦੇ ਹੋ। ਇਹਦਾ PDF ਵੀ ਤੁਹਾਨੂੰ ਟੈਲੀਗ੍ਰਾਮ ਦੇ ਵਿੱਚ ਮਿਲ ਜਾਊਗਾ। ਤੁਸੀਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਿਓ। ਨੈਕਸਟ, ਸਾਰਕ ਦਾ ਹੈੱਡ ਆਫਿਸ ਕਿੱਥੇ ਆ? ਹੁਣ ਆਪਾਂ ਕਿੱਥੇ ਪੜ੍ਹਿਆ ਸੀਗਾ ਸਾਰਕ ਦਾ ਹੈੱਡ ਆਫਿਸ? ਕਾਠਮੰਡੂ ਦੇ ਵਿੱਚ ਕਿ ਇਸਲਾਮਾਬਾਦ 'ਚ, ਨਵੀਂ ਦਿੱਲੀ ਜਾਂ ਕੋਲੰਬੋ ਦੇ ਵਿੱਚ? ਕਿੱਥੇ ਪੜ੍ਹਿਆ ਸੀ? ਕਾਠਮੰਡੂ ਦੇ ਵਿੱਚ। ਕਾਠਮੰਡੂ ਕਿੱਥੇ? ਬੰਗਲਾਦੇਸ਼ ਦੀ ਰਾਜਧਾਨੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੋ ਇਸਲਾਮਾਬਾਦ ਦੇ ਵਿੱਚ ਕੀ ਹੋਣਾ ਸੀਗਾ? ਲੇਟੈਸਟ ਜੋ ਮੀਟਿੰਗ ਹੋਣੀ ਸੀਗੀ ਉਹ ਕੈਂਸਲ ਹੋ ਗਈ ਸੀ। ਕਾਹਦੇ ਕਰਕੇ? ਕਰੋਨਾ ਦੇ ਕਰਕੇ। ਸੋ ਕੋਲੰਬੋ ਕੀ ਹੋਇਆ ਸੀਗਾ? ਕੋਲੰਬੋ ਦੇ ਵਿੱਚ ਜੋ 7 ਮੈਂਬਰੀ ਪਹਿਲਾਂ ਕਮੇਟੀ 7 ਦੇਸ਼ ਬਣੇ ਸੀਗੇ, ਇਹਨਾਂ ਦੇ ਇਕੱਠੇ ਹੋਏ ਸੀਗੇ। ਇੱਥੇ ਇਹਨਾਂ ਨੇ ਪਹਿਲਾਂ ਇਹਦੇ ਬਾਰੇ ਵਿਚਾਰਧਾਰਾ ਕੀਤੀ ਸੀਗੀ। ਕੋਲੰਬੋ ਕਿੱਥੇ ਇਹ ਹੈਗਾ? ਸ਼੍ਰੀਲੰਕਾ ਦੀ ਰਾਜਧਾਨੀ। ਸੋ ਸਾਰਕ ਦਾ ਹੈੱਡ ਆਫਿਸ ਕਿੱਥੇ ਹੈਗਾ? ਕਾਠਮੰਡੂ। ਪਹਿਲੀ ਮੀਟਿੰਗ ਕਿੱਥੇ ਹੋਈ ਸੀਗੀ? ਬੰਗਲਾਦੇਸ਼, ਢਾਕਾ ਦੇ ਵਿੱਚ। ਨੈਕਸਟ, ਪੰਚਸ਼ੀਲ ਦਾ ਸਮਝੌਤਾ। ਇਹ ਵੀ ਬਹੁਤ ਇੰਪੋਰਟੈਂਟ ਪ੍ਰਸ਼ਨ ਹੈਗਾ, ਬਹੁਤ ਵਾਰ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਾ PSTET ਦੇ। ਸੋ ਪੰਚਸ਼ੀਲ ਦਾ ਸਮਝੌਤਾ ਕਦੋਂ ਹੋਇਆ ਸੀਗਾ? 29 ਅਪ੍ਰੈਲ 1947 ਨੂੰ, 29 ਅਪ੍ਰੈਲ 1950 ਨੂੰ, 29 ਅਪ੍ਰੈਲ 1954 ਨੂੰ ਜਾਂ 29 ਅਪ੍ਰੈਲ 1957 ਨੂੰ। ਸੋ ਪੰਚਸ਼ੀਲ ਦਾ ਜੋ ਸਮਝੌਤਾ ਹੋਇਆ ਸੀ ਇਹ ਹੋਇਆ ਸੀ 29 ਅਪ੍ਰੈਲ 1954 ਨੂੰ। ਸੋ ਸਹੀ ਉੱਤਰ ਹੈ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ ਇਹ ਨੰਗਲ ਦੇ ਵਿੱਚ ਹੋਇਆ ਸੀਗਾ, ਜੋ ਕਿ ਸਤਲੁਜ ਦਰਿਆ ਦੇ ਕੰਢੇ ਹੈਗਾ, ਉੱਥੇ ਇਹ ਸਮਝੌਤਾ ਹੋਇਆ ਸੀਗਾ। ਕੀ ਸੀਗਾ ਪੰਚਸ਼ੀਲ ਦਾ ਮੀਨ 'ਚ? 5 ਸਮਝੌਤੇ ਸੀਗੇ। ਇਹ ਕਦੋਂ ਕਿੱਥੇ ਹੋਇਆ ਸੀ? ਪਹਿਲਾਂ ਤਾਂ 29 ਅਪ੍ਰੈਲ 1954 ਨੂੰ ਕਿੱਥੇ? ਨੰਗਲ ਦੇ ਸਤਲੁਜ ਸਦਨ ਵਿੱਚ ਇਤਿਹਾਸਕ ਪੰਚਸ਼ੀਲ ਸਮਝੌਤਾ ਕਿਹੜੇ ਦੇਸ਼ਾਂ ਦੇ ਵਿਚਕਾਰ ਸੀ? ਭਾਰਤ ਅਤੇ ਚੀਨ ਦੇ ਵਿਚਕਾਰ। ਇਹ ਉਦੋਂ ਦੇ ਪ੍ਰਧਾਨ ਮੰਤਰੀ ਸੀ ਜੋ ਉਹਨਾਂ ਦੇ ਵਿਚਕਾਰ ਇਹ ਸਮਝੌਤਾ ਹੋਇਆ ਸੀ। ਇਹ ਸਮਝੌਤੇ ਦੇ ਦੌਰਾਨ ਸਿਰਫ 24 ਘੰਟਿਆਂ ਦੇ ਵਿੱਚ ਉੱਥੇ ਇੱਕ ਗਲਾਸ ਹਾਊਸ ਅਤੇ ਇੱਕ ਪੱਥਰ ਲਗਾਇਆ ਗਿਆ ਸੀਗਾ, ਜਿਸ ਦੇ ਦੋਵਾਂ ਦੇਸ਼ਾਂ ਦੇ ਵਿਚਾਲੇ 5 ਸਮਝੌਤੇ ਲਿਖੇ ਗਏ ਸੀਗੇ। ਸੋ ਉਸ ਨੂੰ ਇਹ ਤਿਆਰ ਕੀਤਾ ਗਿਆ ਸੀਗਾ। ਉਸ ਸਮੇਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਚੀਨ ਨਾਲ ਚੰਗੇ ਸੰਬੰਧ ਬਣਾਉਣ ਲਈ ਚੀਨ ਦੇ ਪਹਿਲੇ ਪ੍ਰੀਮੀਅਰ ਪ੍ਰਧਾਨ ਮੰਤਰੀ ਚੌ ਐਨ ਲਾਈ ਨੂੰ ਭਾਰਤ ਬੁਲਾਇਆ ਸੀ ਅਤੇ ਨੰਗਲ ਦੇ ਰੈਸਟ ਹਾਊਸ ਸਤਲੁਜ ਸਦਨ ਵਿਖੇ ਦੋਨਾਂ ਨੇਤਾਵਾਂ ਵਿਚਕਾਰ ਇਤਿਹਾਸਕ ਪੰਚਸ਼ੀਲ ਸਮਝੌਤਾ ਹੋਇਆ ਸੀਗਾ। ਸੋ ਇਸ ਸਮਝੌਤੇ ਤੋਂ ਬਾਅਦ ਹਿੰਦੂ ਚੀਨੀ ਭਰਾ ਦੇ ਨਾਅਰੇ ਵੀ ਲਗਾਏ ਗਏ ਸੀਗੇ ਵੀ ਹਿੰਦੂ ਅਤੇ ਚੀਨੀ ਕੀ ਹੈਗੇ? ਭਰਾ ਗਏ। ਕਿਹਦੇ ਵਿਚਕਾਰ ਸਮਝੌਤਾ ਹੋਇਆ ਸੀਗਾ? ਪੰਡਿਤ ਜਵਾਹਰ ਲਾਲ ਨਹਿਰੂ ਅਤੇ ਚਾਈਨਾ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਚੌ ਐਨ ਲਾਈ ਦੇ ਵਿਚਕਾਰ, ਦੋਨਾਂ ਦੇ ਵਿਚਕਾਰ ਇਹ ਸਮਝੌਤਾ ਹੋਇਆ ਸੀ। ਕਿੱਥੇ ਹੋਇਆ ਸੀਗਾ? ਨੰਗਲ ਦੇ ਰੈਸਟ ਹਾਊਸ ਦੇ ਵਿੱਚ। ਉੱਥੇ ਇੱਕ ਕੱਚ ਦਾ ਜਿਵੇਂ ਇੱਕ ਗਲਾਸ ਗਾਰਡ ਲਗਾਇਆ, ਜਿਵੇਂ ਆਪਣੇ ਅੱਜ ਦੇ ਸਮੇਂ ਵਿੱਚ ਨੀਂਹ ਪੱਥਰ ਰੱਖਦੇ ਹੈਗੇ, ਉਸ ਤਰ੍ਹਾਂ ਇਹ ਉੱਥੇ ਇੱਕ ਲਗਾਇਆ ਗਿਆ ਸੀਗਾ, ਜੋ ਕਿ ਤੁਸੀਂ ਇਹ ਤਸਵੀਰ ਦੇ ਵਿੱਚ ਦੇਖ ਵੀ ਸਕਦੇ ਹੋਗੇ। ਪੰਡਿਤ ਜਵਾਹਰ ਲਾਲ ਨਹਿਰੂ ਅਤੇ ਚਾਈਨਾ ਦੇ ਪ੍ਰਧਾਨ ਮੰਤਰੀ ਚੌ ਐਨ ਲਾਈ ਹਨ। ਇਹ ਹੈਗਾ ਪੰਚਸ਼ੀਲ ਦਾ ਉਹ ਪ੍ਰਿੰਸੀਪਲ ਆ ਜਿਹੜਾ ਉੱਥੇ ਗਲਾਸ ਗਾਰਡ ਪੱਥਰ ਦਾ ਲੱਗਿਆ ਹੋਇਆ, ਬਾਹਰ ਇੱਕ ਗਲਾਸ ਲੱਗਿਆ ਹੋਇਆ ਹੈਗਾ। ਇਹ 5 ਸਮਝੌਤੇ ਹੈਗੇ। ਸੋ ਕਿਹੜੇ 5 ਸਮਝੌਤੇ ਸੀਗੇ? ਪੰਚਸ਼ੀਲ ਜਾਂ 5 ਸਮਝੌਤੇ ਕਿਹੜੇ ਸੀ ਇਹ? ਇੱਕ ਦੂਜੇ ਦੀ ਪ੍ਰਦੇਸ਼ਿਕ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਨਮਾਨ ਕਰਨਾ, ਬਰਾਬਰੀ ਅਤੇ ਆਪਸੀ ਲਾਭ ਦੀ ਨੀਤੀ ਦਾ ਪਾਲਣ ਕਰਨਾ, ਸ਼ਾਂਤਮਈ ਸਹਿ ਮੌਜੂਦਗੀ ਦੀ ਨੀਤੀ ਵਿੱਚ ਵਿਸ਼ਵਾਸ ਰੱਖਣਾ, ਇੱਕ ਦੂਜੇ ਦੇ ਵਿਰੁੱਧ ਹਮਲਾਵਰ ਕਾਰਵਾਈ ਨਹੀਂ ਕਰਨੀ, ਇੱਕ ਦੂਜੇ ਦੇ ਅੰਦਰੂਨੀ ਵਿਸ਼ਿਆਂ ਵਿੱਚ ਦਖਲ ਅੰਦਾਜ਼ੀ ਨਾ ਕਰਨਾ। ਸੋ ਇਹ ਸੀ ਜੋ 5 ਸਮਝੌਤੇ ਦੋਨਾਂ ਦੇਸ਼ਾਂ ਦੇ ਵਿਚਕਾਰ ਕੀਤੇ ਗਏ ਸੀਗੇ। ਕਿਹਦੇ ਦੁਆਰਾ?
ਭਾਰਤ ਤੇ ਚਾਈਨਾ ਦੇ ਦੁਆਰਾ, ਪੰਡਿਤ ਜਵਾਹਰ ਲਾਲ ਨਹਿਰੂ ਤੇ ਚੌ ਐਨ ਲਾਈ ਦੇ ਦੁਆਰਾ। ਕਦੋਂ ਹੋਈ ਸੀਗੀ? 29 ਅਪ੍ਰੈਲ 1954 ਨੂੰ ਪੰਚਸ਼ੀਲ ਦਾ ਸਮਝੌਤਾ ਹੋਇਆ ਸੀਗਾ। ਕਿੱਥੇ ਹੋਇਆ ਸੀਗਾ? ਨੰਗਲ ਦੇ ਵਿੱਚ ਹੋਇਆ ਸੀਗਾ, ਸਤਲੁਜ ਦੇ ਕਿਨਾਰੇ ਹੋਇਆ ਸੀਗਾ। ਨੈਕਸਟ, ਪੰਚਸ਼ੀਲ ਦਾ ਸਮਝੌਤਾ ਕਿਹੜੇ ਦੋ ਦੇਸ਼ਾਂ ਦੇ ਵਿਚਕਾਰ ਹੋਇਆ ਸੀ? ਹੁਣ ਸੋ ਭਾਰਤ ਤੇ ਪਾਕਿਸਤਾਨ, ਭਾਰਤ ਚਾਈਨਾ, ਚੀਨ ਪਾਕਿਸਤਾਨ ਜਾਂ ਭਾਰਤ ਭੂਟਾਨ ਦੇ ਵਿਚਕਾਰ। ਸੋ ਪੰਚਸ਼ੀਲ ਦਾ ਜੋ ਸਮਝੌਤਾ ਹੋਇਆ ਸੀਗਾ ਕਿਹੜੇ ਕਿਹੜੇ ਦੇਸ਼ਾਂ ਦੇ ਵਿਚਕਾਰ? ਭਾਰਤ ਤੇ ਚੀਨ ਦੇ ਵਿਚਕਾਰ ਇਹ ਹੋਇਆ ਸੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਸਾਰਕ ਦੀ ਸਥਾਪਨਾ ਸਮੇਂ ਕਿੰਨੇ ਮੈਂਬਰ ਦੇਸ਼ਾਂ ਦੀ ਗਿਣਤੀ ਕਿੰਨੀ ਸੀ? ਸੋ ਜੋ ਸਾਰਕ ਦੀ ਸਥਾਪਨਾ ਹੋਈ ਸੀ, ਆਪਾਂ ਪਿੱਛੇ ਪ੍ਰਸ਼ਨਾਂ ਦੇ ਵਿੱਚ ਪੜ੍ਹਿਆ, ਉਦੋਂ ਕਿੰਨੇ ਮੈਂਬਰ ਸੀਗੇ? 5, 6, 7, 8। ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਹੁਣ ਆਨਸਰ ਦੇਣਾ ਗਾ। ਦੇਖਦੇ ਹਾਂ ਕਿ ਤੁਸੀਂ ਕਿੰਨੇ ਕੁ ਧਿਆਨ ਦੇ ਨਾਲ ਕਲਾਸ ਨੂੰ ਸੁਣਿਆ ਗਾ ਜਾਂ ਜਾਣਕਾਰੀ ਪ੍ਰਾਪਤ ਕੀਤੀ ਹੈਗੀ। ਸੋ ਸਾਰਕ ਦੀ ਜੋ ਸਥਾਪਨਾ ਦੇ ਸਮੇਂ ਮੈਂਬਰ ਦੇਸ਼ਾਂ ਦੀ ਗਿਣਤੀ ਕਿੰਨੀ ਸੀਗੀ? ਸੋ ਕਰੰਟ ਦੇ ਵਿੱਚ ਕਿੰਨੇ ਦੇਸ਼ ਆ? ਇਹ ਤੁਸੀਂ ਸਾਰੀ ਜੋ ਕਿ ਹੈਗਾ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਗਾ। ਨੈਕਸਟ, ਆਜ਼ਾਦ ਭਾਰਤ ਦੀਆਂ ਲੋਕ ਸਭਾ ਦੀਆਂ ਪਹਿਲੀਆਂ ਆਮ ਚੋਣਾਂ ਕਦੋਂ ਹੋਈਆਂ ਸੀ? ਸੋ ਆਜ਼ਾਦ ਭਾਰਤ ਮੀਨਜ਼ 1947 ਤੋਂ ਬਾਅਦ, 1946, 47, 48, 49, 50, 51 ਜਾਂ 1951, 52 ਦੇ ਵਿੱਚ। ਸੋ ਆਜ਼ਾਦ ਭਾਰਤ ਦੀਆਂ ਜੋ ਪਹਿਲੀਆਂ ਆਮ ਚੋਣਾਂ ਹੋਈਆਂ ਸਨ, ਇਹ ਹੋਈਆਂ ਸਨ 1951, 52 ਦੇ ਵਿੱਚ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। 1951 ਦੇ ਵਿੱਚ ਇਹ ਚੋਣਾਂ ਪੈਣੀਆਂ ਸਟਾਰਟ ਹੋਈਆਂ ਸੀ। ਸੋ 1952 ਦੇ ਵਿੱਚ ਇਹ ਚੋਣਾਂ ਖਤਮ ਹੋਈਆਂ ਸੀ। ਆਮ ਚੋਣਾਂ ਮੀਨਜ਼ ਜਦੋਂ 1947 ਦੇ ਵਿੱਚ ਪਹਿਲਾਂ ਇਹ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਬਣਿਆ ਸੀ, ਉਦੋਂ ਵੋਟਾਂ ਨਹੀਂ ਹੋਈਆਂ ਸੀ। ਉਦੋਂ ਕੀ ਹੋਇਆ ਸੀਗਾ, ਜੋ ਕਿ ਆਪਣੀ ਸੰਵਿਧਾਨ ਸਭਾ ਸੀ, ਉਸ ਦੁਆਰਾ ਹੀ ਇਹ ਸਾਰੇ ਅਪੁਆਇੰਟ ਮੰਤਰੀ ਅਤੇ ਉਹ ਪ੍ਰਧਾਨ ਮੰਤਰੀ ਕੀਤੇ ਗਏ ਸੀਗੇ। ਫਿਰ ਆਮ ਚੋਣਾਂ, ਉਦੋਂ ਆਮ ਪਬਲਿਕ ਨੇ ਵੋਟਾਂ, ਪਹਿਲੀ ਵਾਰ ਵੋਟਾਂ ਦੀ ਆਪਦੀ ਵਰਤੋਂ ਕੀਤੀ ਸੀਗੀ ਆਜ਼ਾਦੀ ਤੋਂ ਬਾਅਦ। ਸੋ ਉਦੋਂ ਪੰਡਿਤ ਜਵਾਹਰ ਲਾਲ ਨਹਿਰੂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਗਏ ਸਨ। ਸੋ ਪਹਿਲੀਆਂ ਆਮ ਚੋਣਾਂ ਕਦੋਂ ਹੋਈਆਂ ਸੀ? 1951, 52 ਦੇ ਵਿੱਚ। ਨੈਕਸਟ, 0 ਡਿਗਰੀ ਅਕਸ਼ਾਂਸ਼ ਰੇਖਾ ਕਿਹੜੀ ਹੈਗੀ? ਹੁਣ ਇਹਨਾਂ 'ਚੋਂ ਦੱਸਣਾ ਗਾ 0 ਡਿਗਰੀ ਅਕਸ਼ਾਂਸ਼ ਰੇਖਾ। ਕਰਕ ਰੇਖਾ, ਮਕਰ ਰੇਖਾ, ਭੂਮੱਧ ਰੇਖਾ ਜਾਂ ਗ੍ਰੀਨਵਿਚ ਰੇਖਾ। ਸੋ 0 ਅਕਸ਼ਾਂਸ਼ ਡਿਗਰੀ ਰੇਖਾ ਇਹਨਾਂ ਵਿੱਚੋਂ ਹੈਗੀ ਆ, ਤੁਸੀਂ ਆਪ ਹੀ ਦੇਖੋਗੇ ਕਿਹੜੀ ਹੈਗੀ। ਆ ਕੀ ਆ ਗਈ? ਆਪਣੀ ਇੱਕ ਤਰ੍ਹਾਂ ਦੀ ਧਰਤੀ ਜਾਂ ਗਲੋਬ ਕਹਿ ਲਓ। ਸੋ ਇੱਥੇ ਆ ਗਿਆ ਉੱਤਰ, ਨੀਚੇ ਕੀ ਆ ਗਿਆ? ਦੱਖਣ। ਸੱਜੇ ਪਾਸੇ ਕੀ ਹੁੰਦਾ ਹਮੇਸ਼ਾ? ਪੱਛਮ, ਅਤੇ ਸੱਜੇ ਪਾਸੇ ਕੀ ਹੁੰਦਾ ਹਮੇਸ਼ਾ? ਪੂਰਬ। ਸੱਜਾ ਹੱਥ ਲਾ ਲਓ ਆਪਣਾ, ਅਤੇ ਸੱਜਾ ਹੱਥ ਹਮੇਸ਼ਾ ਪੱਛਮ ਵਾਲੀ ਦਿਸ਼ਾ ਹੁੰਦੀ ਹੈ ਅਤੇ ਖੱਬਾ ਹੱਥ ਹਮੇਸ਼ਾ ਪੂਰਬ ਵਾਲੀ ਦਿਸ਼ਾ ਹੁੰਦਾ। ਸਿਰ ਕੀ ਕਹਿ ਲਓ ਆਪਣਾ? ਉੱਤਰ ਦਿਸ਼ਾ, ਅਤੇ ਪੈਰ ਕੀ ਕਹਿ ਲਓ ਆਪਣੀ ਇੱਕ ਦੱਖਣ ਦਿਸ਼ਾ। ਇਹ ਇੱਕ ਲੌਜਿਕ ਆ ਗਈ ਜਦੋਂ ਆਪਾਂ ਚੀਜ਼ ਨੂੰ ਦੇਖਣਾ ਗਾ। ਸੋ ਜਿਹੜੀ ਧਰਤੀ ਨੂੰ ਜਾਂ ਗਲੋਬ ਨੂੰ 2 ਹਿੱਸਿਆਂ ਦੇ ਵਿੱਚ ਵੰਡਦੀ ਆ, ਉਹਨੂੰ ਕੀ ਕਿਹਾ ਜਾਂਦਾ ਗਾ? ਭੂ ਮੱਧ ਰੇਖਾ। ਇਹਨੂੰ ਕੀ ਬੋਲਦੇ ਹੈਗੇ? ਭੂ ਮੱਧ ਰੇਖਾ। ਮੀਨਜ਼ ਭੂ ਨੂੰ ਮੱਧ ਦੇ ਵਿੱਚੋਂ ਕੱਟਣਾ, ਇਹ ਰੇਖਾ ਨੂੰ ਕੀ ਬੋਲਦੇ ਹੈਗੇ? ਭੂ ਮੱਧ ਰੇਖਾ। ਜਿਹੜੀ ਕੀ ਹੈਗੀ 0 ਅਕਸ਼ਾਂਸ਼ ਡਿਗਰੀ ਰੇਖਾ ਵੀ ਜਿਹਨੂੰ ਆਪਾਂ ਬੋਲਦੇ ਹੈਗੇ। ਹੁਣ ਇੱਥੋਂ 23.5 ਡਿਗਰੀ 'ਤੇ ਕੀ ਹੈਗਾ? ਕਰਕ ਰੇਖਾ। ਕਰਕ ਰੇਖਾ। ਅਤੇ ਨੀਚੇ ਕੀ ਆ ਗਈ? ਦੱਖਣ ਵਾਲੇ ਪਾਸੇ ਮਕਰ ਰੇਖਾ। ਸੋ ਇਹ ਵੀ ਕਿੰਨੇ ਡਿਗਰੀ 'ਤੇ ਝੁਕੀ ਹੋਈ ਹੈ? 23.5 ਡਿਗਰੀ 'ਤੇ ਰੇਖਾ ਹੈਗੀ ਆ, ਜੋ ਕਿ ਪੱਛਮ ਤੋਂ ਪੂਰਬ ਵੱਲ ਇਹ ਰੇਖਾਵਾਂ ਹਨ, ਜਿਨ੍ਹਾਂ ਨੂੰ ਆਪਾਂ ਲੇਟਵੀਆਂ ਰੇਖਾਵਾਂ ਵੀ ਕਿਹਾ ਜਾਂਦਾ ਹੈਗਾ। ਸੋ ਹੁਣ ਕੀ ਹੈਗਾ? 0 ਡਿਗਰੀ ਅਕਸ਼ਾਂਸ਼ ਰੇਖਾ ਕਿਹੜੀ? ਇਹਦੇ ਵਿੱਚੋਂ ਕਿਹੜੀ ਹੈਗੀ? ਭੂ ਮੱਧ ਰੇਖਾ। ਸੋ ਇਹਦੇ ਵਿੱਚ ਆਪਣਾ ਸਹੀ ਉੱਤਰ ਕੀ ਬਣ ਜੂਗਾ? ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਮੇਰਾ ਇਹ ਸਮਝਾਉਣ ਦਾ ਮਤਲਬ ਕੀ ਸੀਗਾ? ਪੇਪਰ ਦੇ ਵਿੱਚ ਐਗਜ਼ਾਮੀਨਰ ਸਵਾਲ ਕਿਵੇਂ ਪੁੱਛਦਾ ਗਾ। ਸੋ ਵੀ ਕਿਹੜੀ ਰੇਖਾ ਉੱਤਰ ਦੇ ਵਿੱਚ ਹੈਗੀ? ਸੋ ਉੱਤਰ ਦੇ ਵਿੱਚ ਕਿਹੜੀ ਰੇਖਾ ਹੈਗੀ? ਹੁਣ ਕਰਕ ਰੇਖਾ। ਦੱਖਣ ਦੇ ਵਿੱਚ ਕਿਹੜੀ ਰੇਖਾ ਹੈਗੀ? ਮਕਰ ਰੇਖਾ।
ਤੁਹਾਨੂੰ ਕੋਈ ਵੀ ਇਹਦੇ ਵਿੱਚ ਰੇਖਾ ਪੁੱਛ ਸਕਦਾ ਗਾ ਤਾਂ ਤੁਸੀਂ ਆਨਸਰ ਇਹ ਆਸਾਨੀ ਨਾਲ ਦੇ ਸਕਦੇ ਹੈਗੇ। ਹੁਣ ਭਾਰਤ ਦੇ ਹੁਣ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਕਿ ਭਾਰਤ ਨੂੰ ਕਿਹੜੀ ਰੇਖਾ ਦੋ ਹਿੱਸਿਆਂ ਦੇ ਵਿੱਚ ਵੰਡਦੀ ਹੈਗੀ, ਕਿਹੜੀ ਵੰਡਦੀ ਹੈਗੀ, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਇਹ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਫਿਰ ਇਹਨੂੰ ਚੰਗੀ ਤਰ੍ਹਾਂ ਕਲਾਸ ਦੇ ਵਿੱਚ ਸਮਝਾਇਆ ਜਾਊਗਾ। ਨੈਕਸਟ 1960 ਈਸਵੀ ਦਾ ਸਿੰਧ ਦਰਿਆ ਸਮਝੌਤਾ ਕਿੰਨਾਂ ਦੇਸ਼ਾਂ ਦੇ ਵਿਚਕਾਰ ਹੋਇਆ ਸੀ? ਸੋ ਜੋ ਸਿੰਧ ਦਰਿਆ ਸਮਝੌਤਾ ਹੋਇਆ ਸੀ ਉਹ ਕਿਹੜੇ ਦੇਸ਼ਾਂ ਦੇ ਵਿਚਕਾਰ ਹੋਇਆ ਸੀ 1960 ਦੇ ਵਿੱਚ। ਇੱਥੋਂ ਇੱਕ ਹੋਰ ਪ੍ਰਸ਼ਨ ਨਿਕਲਦਾ ਗਾ ਕਿ 1960 ਦੇ ਵਿੱਚ ਸਮਝੌਤਾ ਹੋਇਆ ਸੀ ਉਹ ਕਿਹੜੇ ਦੇਸ਼ਾਂ ਦੇ ਵਿੱਚ ਹੋਇਆ ਸੀ, ਸਾਲ ਵੀ ਇੱਥੋਂ ਨਿਕਲਦਾ ਗਾ। ਭਾਰਤ ਤੇ ਚੀਨ, ਭਾਰਤ ਪਾਕਿਸਤਾਨ, ਭਾਰਤ ਭੂਟਾਨ ਜਾਂ ਭਾਰਤ ਸ਼੍ਰੀਲੰਕਾ। ਸੋ ਜੋ ਕਿ 1960 ਦੇ ਵਿੱਚ ਸਿੰਧ ਦਰਿਆ ਸਮਝੌਤਾ ਹੋਇਆ ਸੀ, ਇਹ ਹੋਇਆ ਸੀਗਾ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ। ਸੋ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਹੁਣ ਪੇਪਰ ਦੇ ਵਿੱਚ ਪ੍ਰਸ਼ਨ ਪੁੱਛ ਸਕਦਾ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸਿੰਧ ਦਰਿਆ ਸਮਝੌਤਾ ਕਿਹੜੇ ਸਾਲ ਦੇ ਵਿੱਚ ਹੋਇਆ ਸੀ? ਸੋ ਕਿਹੜੇ ਸਾਲ ਦੇ ਵਿੱਚ ਹੋਇਆ ਸੀ? ਇਹ 1960 ਦੇ ਵਿੱਚ ਹੋਇਆ ਸੀ। ਜ਼ਰੂਰੀ ਨਹੀਂ ਐਗਜੈਕਟ ਐਗਜ਼ਾਮੀਨਰ ਇੱਦਾਂ ਹੀ ਸਵਾਲ ਪਾਵੇ, ਕਿਸੇ ਵੀ ਤਰੀਕੇ ਨਾਲ ਪੇਪਰ ਬੋਰਡ ਪਾ ਸਕਦਾ ਗਾ। ਸੋ ਤੁਸੀਂ ਪ੍ਰਸ਼ਨ ਨੂੰ ਚੰਗੀ ਤਰ੍ਹਾਂ ਦੇਖਣਾ, ਸਮਝਣਾ, ਫਿਰ ਉਹਨੂੰ ਆਨਸਰ ਨੂੰ ਦੇਖਣਾ ਗਾ। ਸੋ ਇਹ ਜੋ ਸਮਝੌਤਾ ਹੋਇਆ ਸੀ 1960 ਦੇ ਵਿੱਚ ਹੋਇਆ ਸੀਗਾ। ਭਾਰਤ ਦੇ ਪ੍ਰਧਾਨ ਮੰਤਰੀ ਸੀ ਉਸ ਸਮੇਂ ਦੇ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨ ਦਾ ਇੱਕ ਮੰਤਰੀ ਸੀਗਾ ਜਨਰਲ ਅਯੂਬ ਖਾਨ। ਕੌਣ ਸੀਗਾ? ਜਨਰਲ ਅਯੂਬ ਖਾਨ। ਇਹਨਾਂ ਦੋਨਾਂ ਦੇ ਵਿਚਕਾਰ ਇਹ ਪਾਣੀਆਂ ਨੂੰ ਲੈ ਕੇ ਸਮਝੌਤਾ ਹੋਇਆ ਸੀਗਾ। ਕਿਵੇਂ ਹੋਇਆ ਸੀ ਸਮਝੌਤਾ ਦੋਨਾਂ ਦੇ ਵਿਚਕਾਰ? ਹੁਣ ਜੇ ਦੋਨੇ ਚੀਜ਼ ਸਮਝੌਤਾ ਕਰਨਗੇ, ਦੋ ਪਾਰਟੀਆਂ ਲਾ ਲਓ, ਦੋ ਲੜੇ ਬੰਦੇ ਹੋਣ, ਉਹ ਆਪਸ ਵਿੱਚ ਸਮਝੌਤਾ ਕਰਨ ਤਾਂ ਕਦੇ ਹੋ ਜਾਊਗਾ ਨਹੀਂ, ਤਾਂ ਤੀਜਾ ਬੰਦਾ ਵੀ ਕੋਈ ਸੰਨ ਦੇ ਵਿੱਚ ਪਾਵਾਂਗੇ ਨਾ, ਫਿਰ ਹੀ ਸਮਝੌਤਾ ਹੋਊਗਾ। ਇਸੇ ਤਰ੍ਹਾਂ ਇਹ ਸਮਝੌਤੇ ਦੇ ਵਿੱਚ ਕਿਹਨੂੰ ਪਾਇਆ ਗਿਆ ਸੀਗਾ? ਵਰਲਡ ਬੈਂਕ ਨੂੰ। ਇਹਨੇ ਵਿਚੋਲਗੀ ਕੀਤੀ ਸੀਗੀ, ਕਿਹਦੇ ਕੀਤਾ ਸੀਗਾ? ਪਾਣੀਆਂ ਨੂੰ ਲੈ ਕੇ। ਇਹ ਸਮਝੌਤੇ ਦੇ ਤਹਿਤ ਕੀ ਹੋਇਆ ਸੀਗਾ, ਜਿਹੜਾ ਪੱਛਮੀ ਨਦੀਆਂ ਸਨ ਉਹ ਕਿਹੜੀਆਂ ਸਨ? ਜੇਹਲਮ ਹੋ ਗਈ, ਸਿੰਧ ਹੋ ਗਈ ਅਤੇ ਚਨਾਬ। ਇਹਦਾ ਕੰਟਰੋਲ ਕਿਹਨੂੰ ਦੇ ਦਿੱਤਾ ਗਿਆ ਸੀਗਾ? ਪਾਕਿਸਤਾਨ ਨੂੰ। ਅਤੇ ਭਾਰਤ ਕੋਲ ਕਿਹੜੀਆਂ ਰਹਿ ਗਈਆਂ ਸੀਗੀਆਂ ਨਦੀਆਂ? ਪੂਰਬੀ ਨਦੀਆਂ, ਜੋ ਕਿ ਸਤਲੁਜ, ਬਿਆਸ ਅਤੇ ਰਾਵੀ। ਇਹਦਾ ਕੰਟਰੋਲ ਕਿਹਦੇ ਹੱਥ ਵਿੱਚ ਆ ਗਿਆ ਸੀਗਾ? ਭਾਰਤ ਦੇ ਹੱਥ ਵਿੱਚ ਆ ਗਿਆ ਸੀਗਾ। ਪਰ ਪਾਣੀਆਂ ਦੀ ਜ਼ਿਆਦਾ ਮਾਤਰਾ ਕਿਹੜਾ ਦੇਸ਼ ਲੈ ਗਿਆ ਸੀਗਾ? ਪਾਕਿਸਤਾਨ। ਜਿਹੜਾ ਕਿ ਕਿਹਾ ਜਾਂਦਾ ਗਾ 80% ਇਹ ਸਮਝੌਤੇ ਦੇ ਨਾਲ ਪਾਣੀਆਂ ਦਾ ਹਿੱਸਾ ਪਾਕਿਸਤਾਨ ਨੂੰ ਚਲਾ ਗਿਆ ਸੀਗਾ। ਦੇਖੋ ਤੁਸੀਂ, ਸਿਰਫ ਭਾਰਤ ਕਿੰਨਾ ਰਹਿ ਗਿਆ ਸੀਗਾ? 20%। ਤਾਂ ਹੀ ਤਾਂ ਹੁਣ ਕਿਹਾ ਜਾਂਦਾ ਗਾ ਕਿ ਭਾਰਤ ਕੋਲੇ ਸਿਰਫ ਪੰਜਾਬ ਕੋਲੇ 2.5 ਨਦੀਆਂ ਗਈਆਂ, ਅੱਧਗੋਈ ਆ ਰਾਵੀ ਵੀ। ਸੋ ਇਸ ਕਰਕੇ ਕੀ ਹੈਗਾ, ਸਤਲੁਜ ਅਤੇ ਬਿਆਸ ਪੂਰੀ ਆ, ਕੀ ਆ, ਇਹ ਚੀਜ਼ਾਂ ਕਰਕੇ ਕੀ ਹੈਗਾ 20% ਹੀ ਰਹਿ ਗਿਆ ਸੀਗਾ ਪਾਣੀ। ਸੋ ਇਸ ਕਰਕੇ 80% ਹਿੱਸਾ ਪਾਣੀਆਂ ਦਾ ਪਾਕਿਸਤਾਨ ਲੈ ਗਿਆ ਸੀਗਾ। 1960 ਦੇ ਵਿੱਚ ਸਮਝੌਤਾ ਹੋਇਆ ਸੀਗਾ। ਕਿਹਦੇ ਵਿਚਕਾਰ? ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨ ਦਾ ਮੰਤਰੀ ਸੀਗਾ ਜਨਰਲ ਅਯੂਬ ਖਾਨ, ਦੋਨਾਂ ਦੇ ਵਿਚਕਾਰ ਸਮਝੌਤਾ ਹੋਇਆ ਸੀਗਾ। ਵਿਚੋਲਾ ਕੌਣ ਬਣਿਆ ਸੀ ਦੋਨਾਂ ਦੇ ਵਿਚਕਾਰ? ਵਰਲਡ ਬੈਂਕ। ਇਹਨਾਂ ਨੇ ਪਾਣੀ ਦਾ ਸਮਝੌਤਾ ਕਰਾਇਆ ਸੀਗਾ। ਪੱਛਮੀ ਨਦੀਆਂ ਜਿਹੜੀਆਂ ਕਿ ਪੱਛਮ ਦੇ ਵਿੱਚ ਪੈਂਦੀਆਂ ਸੀ, ਕਿਹੜੀਆਂ? ਜੇਹਲਮ, ਸਿੰਧ ਅਤੇ ਚਨਾਬ। ਇਹਦਾ ਕੰਟਰੋਲ ਪਾਕਿਸਤਾਨ ਕੋਲੇ ਚੱਲ ਗਿਆ ਸੀ। ਪੂਰਬੀ ਨਦੀਆਂ ਸਤਲੁਜ, ਬਿਆਸ, ਰਾਵੀ, ਇੱਥੋਂ ਕੀ ਸੀਗਾ ਇਹ 6 ਨਦੀਆਂ ਦਾ ਕੰਟਰੋਲ ਭਾਰਤ ਕੋਲੇ ਆ ਗਿਆ ਸੀਗਾ। 80% ਹੁਣ ਸਿੰਧ ਦਰਿਆ ਦੇ ਵਿੱਚੋਂ ਹੀ ਕਿੰਨੀਆਂ ਨਦੀਆਂ ਨਿਕਲਦੀਆਂ ਸੀ। ਸੋ ਇਸ ਕਰਕੇ ਹੀ ਕਿਹਾ ਜਾਂਦਾ ਗਾ ਕਿ ਜ਼ਿਆਦਾ ਪਾਣੀਆਂ ਦਾ ਹਿੱਸਾ ਪਾਕਿਸਤਾਨ ਨੂੰ ਚਲਾ ਗਿਆ ਸੀਗਾ। ਨੈਕਸਟ, ਬੰਗਲਾਦੇਸ਼ ਦੀ ਸਥਾਪਨਾ ਕਦੋਂ ਹੋਈ ਸੀਗੀ? 1962 'ਚ, 65 'ਚ, 70 'ਚ ਜਾਂ 71 'ਚ। ਸੋ ਬੰਗਲਾਦੇਸ਼ ਦੀ ਸਥਾਪਨਾ ਹੋਈ ਸੀਗੀ 1971 ਦੇ ਵਿੱਚ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ, ਭਾਰਤ ਦੀ ਵਿਦੇਸ਼ ਨੀਤੀ ਦੇ ਜਨਮਦਾਤਾ ਕਿਸ ਨੂੰ ਕਿਹਾ ਜਾਂਦਾ ਗਾ? ਮਹਾਤਮਾ ਗਾਂਧੀ ਜੀ ਨੂੰ, ਜਵਾਹਰ ਲਾਲ ਨਹਿਰੂ ਨੂੰ, ਲਾਲ ਬਹਾਦਰ ਸ਼ਾਸਤਰੀ ਜੀ ਨੂੰ ਜਾਂ ਡਾਕਟਰ ਰਾਜਿੰਦਰ ਪ੍ਰਸਾਦ ਨੂੰ। ਸੋ ਭਾਰਤ ਦੀ ਵਿਦੇਸ਼ ਨੀਤੀ ਦੇ ਜਨਮਦਾਤਾ ਕਿਹਾ ਜਾਂਦਾ ਗਾ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਭਾਰਤ ਦੇ ਆਜ਼ਾਦ ਹੋਣ ਤੋਂ ਪਹਿਲਾਂ ਕੀ ਸੀਗਾ, ਜਵਾਹਰ ਲਾਲ ਨਹਿਰੂ ਨੇ ਪਹਿਲਾਂ ਵੀ ਕਈ ਦੇਸ਼ਾਂ ਦੇ ਨਾਲ ਅਗਵਾਈ ਕੀਤੀ ਸੀਗੀ।
ਮਤਲਬ ਕਿ ਮੀਟਿੰਗਾਂ ਕੀਤੀਆਂ ਸੀਗੀਆਂ। ਸੋ ਆਜ਼ਾਦੀ ਤੋਂ ਬਾਅਦ ਕੀ ਹੋਇਆ ਸੀ, ਇਹ ਪਹਿਲੇ ਵਿਦੇਸ਼ ਮੰਤਰੀ ਵੀ ਸੀਗੇ। ਕੀ ਹੋਇਆ ਸੀਗਾ, ਜੋ ਕਿ ਵਿਦੇਸ਼ ਨੀਤੀ ਦਾ ਆਰਕੀਟੈਕਟ ਵੀ ਇਹਨਾਂ ਨੂੰ ਕਿਹਾ ਜਾਂਦਾ ਗਾ। ਇਹਨਾਂ ਦਾ ਪੂਰਾ ਜਿਹੜੇ ਬਾਹਰਲੇ ਦੇਸ਼ਾਂ ਨਾਲ ਸੰਬੰਧ ਬਣਾਏ ਹੈਗੇ, ਹੁਣ ਤੱਕ ਬਣੇ ਵੀ ਹੋਏ ਆ, ਬਹੁਤ ਇਹਨਾਂ ਦਾ ਵੱਡਾ ਯੋਗਦਾਨ ਹੈਗਾ। ਇਸ ਕਰਕੇ ਇਹਨਾਂ ਨੂੰ ਵਿਦੇਸ਼ ਨੀਤੀ ਦੇ ਆਰਕੀਟੈਕਟ ਵੀ ਕਿਹਾ ਜਾਂਦਾ ਗਾ। ਆਰਕੀਟੈਕਟ ਕਿਹਾ ਜਾਂਦਾ ਗਾ, ਕਾਹਦੇ ਕਿਹਾ ਜਾਂਦਾ ਗਾ? ਵਿਦੇਸ਼ ਨੀਤੀ ਦੇ। ਕਈ ਵਾਰ ਪੇਪਰ ਦੇ ਵਿੱਚ ਪ੍ਰਸ਼ਨ ਪੁੱਛ ਸਕਦਾ ਕਿ ਭਾਰਤ ਦੀ ਵਿਦੇਸ਼ ਨੀਤੀ ਦੇ ਆਰਕੀਟੈਕਟ ਕਿਸ ਨੇਤਾ ਨੂੰ ਕਿਹਾ ਜਾਂਦਾ? ਸੋ ਕਿਹਨੂੰ ਕਿਹਾ ਜਾਂਦਾ ਗਾ? ਉਹ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਕਿਹਾ ਜਾਂਦਾ ਗਾ। ਸੋ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਕਹਿੰਦਾ ਭਾਰਤ ਦੇ ਪੱਛਮੀ ਹਿੱਸੇ ਵਿੱਚ ਕਿਹੜਾ ਵਿਸ਼ਾਲ ਮਾਰੂਥਲ ਸਥਿਤ ਹੈ? ਸੋ ਭਾਰਤ ਦੇ ਪੱਛਮੀ ਹਿੱਸੇ ਦੇ ਵਿੱਚ ਥਾਰ ਮਾਰੂਥਲ, ਗੋਬੀ ਮਾਰੂਥਲ, ਸਹਾਰਾ ਮਾਰੂਥਲ ਜਾਂ ਚਿੱਟਾ ਮਾਰੂਥਲ। ਸੋ ਭਾਰਤ ਦੇ ਪੱਛਮ ਦੇ ਵਿੱਚ ਮਾਰੂਥਲ ਸਥਿਤ ਇਹ ਹੈਗਾ ਥਾਰ ਮਾਰੂਥਲ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਭਾਰਤ ਦੇ ਕਿਸ ਰਾਜ ਵਿੱਚ ਔਰਤਾਂ ਦੀ ਸਾਖਰਤਾ ਦਰ ਸਭ ਤੋਂ ਵੱਧ ਹੈਗੀ? ਸੋ ਕਿਹੜੇ ਸਟੇਟ ਦੇ ਵਿੱਚ ਸਭ ਤੋਂ ਵੱਧ ਔਰਤਾਂ ਪੜ੍ਹੀਆਂ ਲਿਖੀਆਂ ਹੈਗੀਆਂ? ਪੰਜਾਬ, ਗੁਜਰਾਤ, ਕੇਰਲਾ ਅਤੇ ਸਿੱਕਮ। ਸੋ ਇਹ ਜੋ ਰਾਜ ਆ ਇਹ ਹੈਗਾ ਕੇਰਲਾ। ਆਪਸ਼ਨ ਸੀ ਇਸ ਦਾ ਰਾਈਟ ਆਨਸਰ। ਸੋ ਜਿਹੜੇ ਰਾਜ ਦੀਆਂ ਔਰਤਾਂ ਦੀ ਸਾਖਰਤਾ ਦੇਖੋ ਸਭ ਤੋਂ ਜ਼ਿਆਦਾ, ਤਾਂ ਉਹ ਸਟੇਟ ਐਟੋਮੈਟਿਕ ਹੀ ਖੁਸ਼ਹਾਲ ਸਟੇਟ ਹੋਊਗੀ, ਕਿਉਂਕਿ ਉੱਥੇ ਜਿੱਥੇ ਔਰਤਾਂ ਨੂੰ ਪਹਿਲਾਂ ਜ਼ਿਆਦਾ ਪੜ੍ਹਾਇਆ ਲਿਖਾਇਆ ਜਾਂਦਾ, ਉੱਥੇ ਹੀ ਐਟੋਮੈਟਿਕ ਉਹ ਸਟੇਟ ਬਹੁਤ ਖੁਸ਼ਹਾਲ ਸਟੇਟ ਹੋਵੇਗੀ। ਸੋ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਸੋ ਕੇਰਲਾ ਸਭ ਤੋਂ ਵੱਧ ਔਰਤਾਂ ਦੀ ਸਾਖਰਤਾ ਦਰ 92% ਆ। ਤੁਸੀਂ ਦੇਖੋ 100 ਦੇ ਵਿੱਚੋਂ 92 ਔਰਤਾਂ ਪੜ੍ਹੀਆਂ ਹੋਈਆਂ ਗੀਆਂ। ਸੋ ਬਿਹਾਰ ਦੀ ਸਭ ਤੋਂ ਸਾਖਰਤਾ ਦਰ ਘੱਟ ਆ, ਜਿੱਥੇ 51.50% ਹੀ ਹੈਗੀ। ਰਾਜਸਥਾਨ ਵਿੱਚ ਔਰਤਾਂ ਦੀ ਸਾਖਰਤਾ ਦਰ 52.12, ਉੱਤਰ ਪ੍ਰਦੇਸ਼ ਵਿੱਚ 57.18, ਝਾਰਖੰਡ ਵਿੱਚ 56.21 ਆ, ਪੰਜਾਬ 'ਚ 70.73% ਆ ਗਈ। ਦੇਖੋ ਪੰਜਾਬ 'ਚ ਵੀ ਠੀਕ ਹੈਗੀ, ਹਜੇ ਵੀ ਔਰਤਾਂ ਦੇਖੋ 30% ਪੜ੍ਹੀਆਂ ਲਿਖੀਆਂ ਨਹੀਂ ਹਨ। ਕਿਹੜੀ ਜਨਗਣਨਾ ਦੇ ਅਨੁਸਾਰ ਇਹ? 2011 ਦੀ ਜਨਗਣਨਾ ਦੇ ਅਨੁਸਾਰ ਇਹ ਅੰਕੜੇ ਹੈਗੇ ਪੰਜਾਬ ਦੀ ਔਰਤਾਂ ਦੀ ਸਾਖਰਤਾ ਦਰ ਦੇ। ਪਰ ਸਭ ਤੋਂ ਜ਼ਿਆਦਾ ਕਿੰਨੀ ਹੈਗੀ? 92%। ਮੈਨੂੰ ਲੱਗਦਾ ਜਦੋਂ ਉਹਦੀ ਦੁਬਾਰਾ ਜਨਗਣਨਾ ਹੋਣੀ ਉਦੋਂ ਤਾਂ 98 ਜਾਂ 99% ਜ਼ਰੂਰ ਹੋਵੇਗੀ। ਹੋਪਸੋ ਪੰਜਾਬ ਦੇ ਵੀ 90+ ਹੋਵੇ, ਉਮੀਦ ਹੋਵੇ। ਨੈਕਸਟ ਭਾਰਤ ਦਾ ਸਭ ਤੋਂ ਪੁਰਾਣਾ ਪਰਮਾਣੂ ਕੇਂਦਰ ਕਿਹੜਾ ਗਾ? ਸੋ ਕਲਪੱਕਮ, ਨਰੋਗ, ਤਾਰਾਪੁਰ ਜਾਂ ਰਾਵਤਪਾਟਾ। ਸੋ ਭਾਰਤ ਦਾ ਸਭ ਤੋਂ ਪੁਰਾਣਾ ਪਰਮਾਣੂ ਕੇਂਦਰ ਹੈਗਾ ਤਾਰਾਪੁਰ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ ਤਾਰਾਪੁਰ ਆ ਜਿਹੜਾ ਇਹ ਪਰਮਾਣੂ ਪਾਵਰ ਸਟੇਟ ਮਹਾਰਾਸ਼ਟਰ ਦੇ ਵਿੱਚ ਸਥਿਤ ਹੈ। ਇਹ ਕਿਹੜੀ ਸਟੇਟ ਦੇ ਵਿੱਚ? ਮਹਾਰਾਸ਼ਟਰ ਦੇ ਵਿੱਚ। ਇਹ ਭਾਰਤ ਦਾ ਪਹਿਲਾ ਵਪਾਰਕ ਪਰਮਾਣੂ ਪਾਵਰ ਸਟੇਸ਼ਨ ਸੀਗਾ। ਸੋ 28 ਅਕਤੂਬਰ ਜੋ ਕਿ 1969 ਨੂੰ ਚਾਲੂ ਕੀਤਾ ਗਿਆ ਸੀਗਾ। ਇਹ ਭਾਰਤ, ਸੰਯੁਕਤ ਰਾਜ ਅਮਰੀਕਾ ਅਤੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਵਿਚਕਾਰ ਹਸਤਾਖਰ ਕੀਤੇ ਗਏ ਸੀ। 123 ਸਮਝੌਤੇ ਦੇ ਤਹਿਤ ਚਾਲੂ ਕੀਤਾ ਗਿਆ ਸੀਗਾ। ਸੋ ਸਟੇਸ਼ਨ ਨੂੰ ਨੈਸ਼ਨਲ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਦੁਆਰਾ ਚਲਾਇਆ ਜਾਂਦਾ ਹੈ। ਸੋ ਕਿਹੜੀ ਸਟੇਟ ਦੇ ਵਿੱਚ ਸਥਿਤ ਹੈ ਇਹ? ਮਹਾਰਾਸ਼ਟਰ ਦੇ ਵਿੱਚ। ਨੈਕਸਟ ਭਾਰਤ ਵਿੱਚ ਸਭ ਤੋਂ ਜ਼ਿਆਦਾ ਅਬਰਿਕ ਕਿਸ ਰਾਜ ਵਿੱਚ ਪਾਇਆ ਜਾਂਦਾ ਗਾ? ਇਹ ਵੀ ਬਹੁਤ ਵਾਰ ਪੇਪਰ ਦੇ ਵਿੱਚ ਪੁੱਛਿਆ ਹੋਇਆ ਪ੍ਰਸ਼ਨ ਹੈਗਾ। ਬਿਹਾਰ, ਮੱਧ ਪ੍ਰਦੇਸ਼, ਛੱਤੀਸਗੜ੍ਹ ਜਾਂ ਆਂਧਰਾ ਪ੍ਰਦੇਸ਼। ਸੋ ਅਬਰਿਕ ਜ਼ਿਆਦਾ ਪਾਇਆ ਜਾਂਦਾ ਗਾ ਆਂਧਰਾ ਪ੍ਰਦੇਸ਼ ਦੇ ਵਿੱਚ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸੋ ਭਾਰਤ ਵਿੱਚ ਵਿਸ਼ਵ ਵਿੱਚ ਅਬਰਿਕ ਦਾ ਉਤਪਾਦਨ ਲਗਭਗ 60% ਯੋਗਦਾਨ ਪਾਉਂਦਾ ਗਾ। 100 ਦੇ ਵਿੱਚੋਂ ਦੇਖੋ 60% ਯੋਗਦਾਨ ਭਾਰਤ ਦਾ ਹੀ ਆ ਅਬਰਿਕ ਦੇ ਵਿੱਚ। ਕਿਹੜੇ ਕਿਹੜੇ ਮੁੱਖ ਉਤਪਾਦਕ ਰਾਜ ਆ? ਆਂਧਰਾ ਪ੍ਰਦੇਸ਼ ਆ, ਝਾਰਖੰਡ ਆ, ਬਿਹਾਰ ਆ, ਰਾਜਸਥਾਨ ਹੈਗਾ। ਹੁਣ ਤੁਸੀਂ ਦੇਖੋ ਪੇਪਰ ਦੇ ਵਿੱਚ ਅਗਰ ਸਵਾਲ ਕਿਵੇਂ ਪੁੱਛਿਆ ਜਾਂਦਾ, ਪ੍ਰਸ਼ਨ ਕਿਵੇਂ ਪੁੱਛਿਆ ਜਾਂਦਾ ਗਾ? ਕਿ ਇਸ ਤਰ੍ਹਾਂ ਪੁੱਛਿਆ ਜਾਂਦਾ ਗਾ ਕਿ ਭਾਰਤ ਦੇ ਵਿੱਚ ਪ੍ਰਮੁੱਖ ਅਬਰਿਕ ਉਤਪਾਦਨ ਵਾਲੇ ਰਾਜ ਹੇਠ ਲਿਖਿਆਂ ਵਿੱਚੋਂ ਕਿਹੜਾ ਨਹੀਂ ਹੈ?
ਸੋ ਇਹ ਤੁਹਾਨੂੰ 4 ਇਹਦੇ ਵਿੱਚੋਂ 3 ਤੁਹਾਨੂੰ ਰਾਜ ਦੇ ਦੂਗਾ ਜਿਹੜੇ ਮੋਢੀ ਰਾਜ ਹੈਗੇ। ਬਿਹਾਰ ਇਹਦੇ ਵਿੱਚ ਤੁਹਾਨੂੰ ਦੇ ਦੂਗਾ ਆਪਸ਼ਨ, ਪੰਜਾਬ ਦੇ ਦੂਗਾ। ਕਿਹੜਾ ਰਾਜ ਨਹੀਂ ਆ? ਸੋ 3 ਰਾਜ ਤਾਂ ਹੋਣਗੇ ਹੀ, ਪੰਜਾਬ ਕਿਹੜਾ ਹੋਊਗਾ ਰਾਜ ਨਹੀਂ ਹੋਊਗਾ, ਜਾਂ ਕੋਈ ਹੋਰ ਰਾਜ ਦੇ ਦੂਗਾ। ਇਸ ਤਰ੍ਹਾਂ ਪ੍ਰਸ਼ਨ ਨੂੰ ਚੰਗੀ ਤਰ੍ਹਾਂ ਪੜ੍ਹਨਾ, ਸਮਝਣਾ, ਫਿਰ ਉਹਦਾ ਉੱਤਰ ਦੇਣਾ ਗਾ। ਸੋ ਜਿਵੇਂ ਕਿ ਇਹਦੇ ਵਿੱਚੋਂ ਪੁੱਛਿਆ ਸੀਗਾ ਕਿਹੜੇ ਰਾਜ ਵਿੱਚ ਅਬਰਕ ਪਾਇਆ ਜਾਂਦਾ, 3 ਵਿੱਚੋਂ ਦੇਖੋ ਨਹੀਂ ਪਾਇਆ ਜਾਂਦਾ। ਕਿਹੜੇ ਵਿੱਚ ਪਾਇਆ ਜਾਂਦਾ? ਆਂਧਰਾ ਪ੍ਰਦੇਸ਼ ਦੇ ਵਿੱਚ। ਸੋ ਇਸੇ ਤਰ੍ਹਾਂ ਨਹੀਂ ਵੀ ਪੁੱਛਿਆ ਜਾ ਸਕਦਾ ਗਾ। ਨੈਕਸਟ, ਭਾਰਤ ਦਾ ਇੱਕ ਮੁੱਖ ਕਪਾਹ ਉਤਪਾਦਕ ਰਾਜ ਕਿਹੜਾ ਗਾ? ਸੋ ਕਪਾਹ ਦਾ ਉਤਪਾਦਕ ਕਪਾਹ ਕਿਹੜੇ ਰਾਜ ਦੇ ਵਿੱਚ ਸਭ ਤੋਂ ਜ਼ਿਆਦਾ ਉਗਾਈ ਜਾਂਦੀ ਆ? ਹਰਿਆਣੇ ਦੇ ਵਿੱਚ, ਗੁਜਰਾਤ 'ਚ, ਬਿਹਾਰ ਜਾਂ ਪੱਛਮੀ ਬੰਗਾਲ ਦੇ ਵਿੱਚ। ਸੋ ਕਪਾਹ ਦੇ ਵਿੱਚ ਜੋ ਮੋਢੀ ਰਾਜ ਆ ਉਹ ਹੈਗਾ ਭਾਰਤ ਦੇ ਵਿੱਚ ਗੁਜਰਾਤ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਜੋ ਕਿ ਕਪਾਹ ਸਭ ਤੋਂ ਜ਼ਿਆਦਾ ਇੱਥੇ ਉਗਾਈ ਜਾਂਦੀ ਆ। ਕਾਲੀ ਮਿੱਟੀ ਦੇ ਵਿੱਚ ਕਪਾਹ ਦੀ ਜੋ ਕਿ ਖੇਤੀ ਆ ਉਹ ਜ਼ਿਆਦਾ ਹੁੰਦੀ ਹੈਗੀ। ਸੋ ਕਪਾਹ ਕਿਹੜੀ ਫਸਲ ਆ ਗਈ? ਇਹ ਇੱਕ ਨਗਦੀ ਫਸਲ ਆ। ਜਿਵੇਂ ਕਿ ਆਪਾਂ ਕਹਿ ਦਿੰਦੇ ਰੱਬੀ ਖਰੀਫ ਦੀ ਫਸਲ ਆ, ਉਵੇਂ ਇਹ ਫਸਲ ਕਿਹੜੀ ਹੈਗੀ? ਨਗਦੀ ਫਸਲ ਆ ਗਈ। ਇਹ ਪੇਪਰ ਦੇ ਵਿੱਚ ਪ੍ਰਸ਼ਨ ਆਉਂਦਾ ਫਸਲਾਂ ਦੇ ਰਿਲੇਟਡ ਕਿ ਰੱਬੀ ਦੀ ਫਸਲ ਕਿਹੜੀ ਆ, ਖਰੀਫ ਦੀ ਫਸਲ ਕਿਹੜੀ ਆ, ਹੇਠ ਲਿਖਿਆਂ ਵਿੱਚ ਨਗਦੀ ਫਸਲ ਕਿਹੜੀ ਆ? ਸੋ ਕਿਹੜੀ ਹੈਗੀ ਇਹ? ਕਪਾਹ ਇੱਕ ਨਗਦੀ ਫਸਲ ਆ ਗਈ। ਸੋ ਕਿਹੜੇ ਕਿਹੜੇ ਰਾਜਾਂ ਦੇ ਵਿੱਚ ਹੋਰ ਕਪਾਹ ਉਗਾਈ ਜਾਂਦੀ ਹੈ? ਤਾਮਿਲਨਾਡੂ ਦੇ ਵਿੱਚ, ਉੜੀਸਾ ਰਾਜਾਂ ਦੇ ਵਿੱਚ ਵੀ ਕੀ ਹੈਗਾ ਕਾਫੀ ਖੇਤੀ ਉਗਾਈ ਜਾਂਦੀ ਹੈਗੀ। ਸੋ ਇਹਦੇ ਵਿੱਚ ਆਪਣਾ ਸਹੀ ਉੱਤਰ ਆ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਪ੍ਰਸਿੱਧ ਰਾਸ਼ਟਰੀ ਪਾਰਕ ਕਾਜ਼ੀਰੰਗਾ ਭਾਰਤ ਦੇ ਕਿਹੜੇ ਰਾਜ ਵਿੱਚ ਹੈਗਾ? ਸੋ ਕਾਜ਼ੀਰੰਗਾ ਨੈਸ਼ਨਲ ਪਾਰਕ ਇਹ ਹੈਗਾ ਬਿਹਾਰ, ਅਸਾਮ, ਉੱਤਰਾਖੰਡ ਜਾਂ ਮੱਧ ਪ੍ਰਦੇਸ਼ ਦੇ ਵਿੱਚ। ਸੋ ਕਾਜ਼ੀਰੰਗਾ ਜੋ ਨੈਸ਼ਨਲ ਪਾਰਕ ਆ ਇਹ ਹੈਗਾ ਅਸਾਮ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ, ਜੋ ਕਿ ਇੱਕ ਸਿੰਗ ਵਾਲੇ ਗੈਂਡੇ ਲਈ ਮਸ਼ਹੂਰ ਹੈਗਾ। ਨੈਕਸਟ, ਕਿਹੜਾ ਆਰਟੀਕਲ ਧਰਮ ਦੀ ਆਜ਼ਾਦੀ ਦਾ ਅਧਿਕਾਰ ਦਿੰਦਾ ਗਾ? ਆਰਟੀਕਲ 25 ਦਿੰਦਾ, 26 ਦਿੰਦਾ, 28 ਜਾਂ 29। ਸੋ ਧਰਮ ਦੀ ਆਜ਼ਾਦੀ ਦਾ ਅਧਿਕਾਰ ਆਰਟੀਕਲ 25 ਦਿੰਦਾ ਗਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇਹ ਆਰਟੀਕਲਾਂ ਬਾਰੇ ਮੈਂ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਨਹੀਂ ਸਮਝਾਉਂਦਾ, ਕਿਉਂਕਿ ਫੰਡਾਮੈਂਟਲ ਰਾਈਟਸ 'ਤੇ ਆਲਰੇਡੀ ਇੱਕ ਕਲਾਸ ਮੇਰੀ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਸਮਝਾਈ ਹੋਈ ਹੈਗੀ। ਉਹ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ, ਕਿਉਂਕਿ ਫੰਡਾਮੈਂਟਲ ਰਾਈਟਸ ਤੋਂ ਤੁਹਾਨੂੰ 2 ਪ੍ਰਸ਼ਨ ਪੱਕਾ ਪੇਪਰ ਦੇ ਵਿੱਚ ਮਿਲਣਗੇ ਹੀ ਮਿਲਣਗੇ। ਨੈਕਸਟ, ਭਾਰਤ ਦਾ ਪਹਿਲਾ ਮੁੱਖ ਚੋਣ ਕਮਿਸ਼ਨਰ ਕੌਣ ਸੀਗਾ? ਸੁਨੀਲ ਅਰੋੜਾ, ਓਪੀ ਰਾਵਤ, ਏਕੇ ਜੋਤੀ ਜਾਂ ਰਾਜੀਵ ਕੁਮਾਰ। ਸੋ ਭਾਰਤ ਦਾ ਜੋ ਪਹਿਲਾ ਮੁੱਖ ਚੋਣ ਕਮਿਸ਼ਨਰ ਸੀ ਉਹ ਇਹਦੇ ਵਿੱਚ ਥੋੜ੍ਹੀ ਜਿਹੀ ਟਾਈਪ ਹੋਣ ਤੋਂ ਮਿਸਟੇਕ ਹੋ ਗਈ। ਸੋ ਭਾਰਤ ਦਾ ਜੋ ਪਹਿਲਾ ਮੁੱਖ ਚੋਣ ਕਮਿਸ਼ਨਰ ਹੈਗਾ ਉਹ ਹੈਗਾ ਸੁਕਮਰ ਸੇਨ। ਸੁਕਮਰ ਸੇਨ ਭਾਰਤ ਦੇ ਪਹਿਲੇ ਮੁੱਖ ਚੋਣ ਕਮਿਸ਼ਨਰ ਸਨ, ਸੁਕਮਰ ਸੇਨ। ਨੈਕਸਟ, DMK ਪਾਰਟੀ ਮੁੱਖ ਤੌਰ 'ਤੇ ਕਿਸ ਰਾਜ ਨਾਲ ਸੰਬੰਧਿਤ ਹੈ? ਗੁਜਰਾਤ, ਗੋਆ, ਪੰਜਾਬ, ਤਾਮਿਲਨਾਡੂ। ਸੋ DMK ਪਾਰਟੀ ਦਾ ਸੰਬੰਧ ਹੈਗਾ ਤਾਮਿਲਨਾਡੂ ਦੇ ਨਾਲ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸੋ ਦੇਖਦੇ ਹਾਂ ਕਿ DMK ਪਾਰਟੀ ਸੀਗੀ ਜੋ 1949 ਦੇ ਵਿੱਚ CN ਅੰਨਾਦੁਰਾਈ ਨੇ ਦ੍ਰਾਵਿੜ ਮੁਨੇਤਰ ਕੜਗਮ ਪਾਰਟੀ ਦੀ ਸਥਾਪਨਾ ਕੀਤੀ ਸੀਗੀ। ਸੋ ਕਿਹਨੇ ਕੀਤੀ ਸੀਗੀ? CN ਅੰਨਾਦੁਰਾਈ ਨੇ, ਜੋ ਕਿ ਦ੍ਰਾਵਿੜ ਮੁਨੇਤਰ ਕੜਗਮ ਪਾਰਟੀ ਦੀ ਸਥਾਪਨਾ ਕੀਤੀ ਸੀਗੀ। ਇਹ ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਇੱਕ ਰਾਜਨੀਤਿਕ ਪਾਰਟੀ ਹੈਗੀ। ਸੋ ਦ੍ਰਾਵਿੜ ਕੜਗਮ ਦੇ ਟੁੱਟਣ ਕਾਰਨ DMK ਪਾਰਟੀ ਬਣੀ ਸੀਗੀ। ਇਹਦੇ ਕੀ ਹੈਗੀ? ਦ੍ਰਾਵਿੜ ਕੜਗਮ, DMK ਇਹਦਾ ਫੁੱਲ ਫਾਰਮ ਹੈਗਾ ਦ੍ਰਾਵਿੜ ਕੜਗਮ। ਕਿਸੇ ਰਾਜ ਵਿੱਚ ਸੁਤੰਤਰ ਸਰਕਾਰ ਬਣਾਉਣ ਵਾਲੀ ਭਾਰਤੀ ਰਾਸ਼ਟਰੀ ਕਾਂਗਰਸ ਤੋਂ ਇਲਾਵਾ ਇਹ ਪਹਿਲੀ ਪਾਰਟੀ ਬਣੀ ਸੀਗੀ। ਮੀਨਜ਼ ਕਾਂਗਰਸ ਤੋਂ ਬਾਅਦ ਕਿਸੇ ਰਾਜ ਵਿੱਚ ਪਹਿਲੀ ਆਪਦੀ, ਜਿਵੇਂ ਕਿ ਪੰਜਾਬ ਦੇ ਵਿੱਚ ਤੁਸੀਂ ਕਹਿ ਲਓ ਪਹਿਲੀ ਬਣੀ ਸੀਗੀ ਅਕਾਲੀ ਦਲ, ਜਿਵੇਂ ਕਿ ਕਾਂਗਰਸ ਤੋਂ ਇਲਾਵਾ। ਉਸੇ ਤਰ੍ਹਾਂ ਇਹ ਕੀ ਸੀਗਾ, ਕਾਂਗਰਸ ਤੋਂ ਕਰੰਟ ਬਾਅਦ ਕੀ ਹੋਇਆ ਸੀਗਾ, ਪਹਿਲੀ ਇਹ ਪਾਰਟੀ ਬਣੀ ਸੀ DMK, ਜਿਹੜੀ ਕਿ
ਬਣੀ ਸਰਕਾਰ ਸੀਗੀ ਤਾਮਿਲਨਾਡੂ ਦੇ ਵਿੱਚ। ਸੋ ਇਹ ਕੀ ਹੈਗਾ 1949 ਦੇ ਵਿੱਚ ਪਾਰਟੀ ਹੋਂਦ ਦੇ ਵਿੱਚ ਆਈ ਸੀਗੀ। ਨੈਕਸਟ, ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਤੇਲ ਦਾ ਇੱਕੋ ਇੱਕ ਉਤਪਾਦਕ ਰਾਜ ਕਿਹੜਾ ਸੀਗਾ? ਸੋ ਕਿਹੜਾ ਸੀ? ਮਹਾਰਾਸ਼ਟਰ, ਗੁਜਰਾਤ, ਬਿਹਾਰ ਜਾਂ ਅਸਾਮ। ਸੋ ਆਜ਼ਾਦੀ ਤੋਂ ਪਹਿਲਾਂ ਤੇਲ ਦਾ ਇੱਕੋ ਇੱਕ ਉਤਪਾਦਕ ਰਾਜ ਇਹ ਸੀਗਾ ਅਸਾਮ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਇਹ ਕੀ ਸੀਗਾ? ਭਾਰਤ ਵਿੱਚ ਵੀ ਪਹਿਲਾਂ ਤੇਲ ਉਤਪਾਦਨ 1899 ਦੇ ਵਿੱਚ 89 ਦੇ ਵਿੱਚ ਅਸਾਮ ਰਾਜ ਦੇ ਵਿੱਚ ਡਿਗਬੋਈ ਸ਼ਹਿਰ ਦੇ ਨੇੜੇ ਸ਼ੁਰੂ ਹੋਇਆ ਸੀਗਾ। ਪਹਿਲਾ ਖੂਹ 1890 ਵਿੱਚ ਪੂਰਾ ਹੋਇਆ ਸੀਗਾ। ਪਹਿਲੀ ਰਿਫਾਈਨਰੀ 1893 ਦੇ ਵਿੱਚ ਅਸਾਮ ਦੇ ਮਾਰਗਰੀਟਾ ਵਿਖੇ ਸ਼ੁਰੂ ਕੀਤੀ ਗਈ ਸੀਗੀ। ਅਸਾਮ ਆਇਲ ਕੰਪਨੀ ਦੀ ਸਥਾਪਨਾ 1899 ਉਤਪਾਦਨ ਦੀ ਨਿਗਰਾਨੀ ਕਰਨ ਲਈ ਕੀਤੀ ਗਈ ਸੀ। 1901 ਵਿੱਚ ਡਿਗਬੋਈ ਰਿਫਾਈਨਰੀ ਨੂੰ ਚਾਲੂ ਕੀਤਾ ਸੀਗਾ। ਕੁੱਲ ਮਿਲਾ ਕੇ ਕੀ ਬਣਦਾ ਗਾ? ਅਸਾਮ ਰਾਜ ਦੇ ਵਿੱਚ ਡਿਗਬੋਈ ਸ਼ਹਿਰ ਦੇ ਵਿੱਚ ਇਹ ਪਹਿਲਾਂ ਰਿਫਾਈਨਰੀ ਸਟਾਰਟ ਹੋਈ ਸੀਗੀ ਜਾਂ ਤੇਲ ਦਾ ਆਪਣਾ ਖੇਤਰ ਪਹਿਲਾ ਕਾਰਖਾਨਾ ਲਗਾਇਆ ਗਿਆ ਸੀ ਆਜ਼ਾਦੀ ਦੇ ਵਿੱਚ ਤੋਂ ਪਹਿਲਾਂ 1899 ਦੇ ਵਿੱਚ। ਨੈਕਸਟ, ਡਿਗਬੋਈ ਤੇਲ ਸੋਧਕ ਕਾਰਖਾਨਾ ਭਾਰਤ ਦੇ ਕਿਹੜੇ ਰਾਜ ਦੇ ਵਿੱਚ ਸਥਿਤ ਆ? ਦੇਖੋ ਅਲੱਗ-ਅਲੱਗ ਤਰੀਕਿਆਂ ਦੇ ਨਾਲ ਪ੍ਰਸ਼ਨ ਪੁੱਛਿਆ ਜਾਂਦਾ। ਇਹ ਪਿਛਲੇ ਪੇਪਰਾਂ ਦੇ ਵਿੱਚ ਆਇਆ ਹੋਇਆ ਪ੍ਰਸ਼ਨ ਹੀ ਆ। ਡਿਗਬੋਈ ਤੇਲ ਸੋਧਕ ਕੇਂਦਰ ਕਿਹੜੇ ਰਾਜ ਦੇ ਵਿੱਚ? ਅਸਾਮ 'ਚ, ਬਿਹਾਰ 'ਚ, ਝਾਰਖੰਡ 'ਚ ਜਾਂ ਮਹਾਰਾਸ਼ਟਰ 'ਚ। ਆਪਾਂ ਕਿਹੜੇ ਰਾਜ ਦੇ ਵਿੱਚ ਪੜ੍ਹਿਆ ਸੀ? ਅਸਾਮ ਦੇ ਵਿੱਚ। ਆਪਸ਼ਨ ਏ ਇਸ ਦਾ ਰਾਈਟ ਆਨਸਰ। ਕਦੋਂ ਸਟਾਰਟ ਹੋਇਆ ਸੀ ਪਹਿਲਾ ਕਾਰਖਾਨਾ? 1899 ਦੇ ਵਿੱਚ। ਨੈਕਸਟ, ਹਿੰਦ ਸਵਰਾਜ ਕਿਸ ਨੇ ਲਿਖਿਆ ਸੀ? ਇਹ ਵੀ ਮੋਸਟ ਇੰਪੋਰਟੈਂਟ ਹੈਗਾ। ਕਿਹਨੇ ਲਿਖਿਆ ਸੀ ਇਹ? ਵੀਰ ਸਾਵਰਕਰ ਨੇ, MK ਗਾਂਧੀ ਨੇ, MM ਮਾਲਵੀਆ ਨੇ ਜਾਂ ਜਵਾਹਰ ਲਾਲ ਨਹਿਰੂ ਨੇ। ਸੋ ਹਿੰਦ ਸਵਰਾਜ ਲਿਖਿਆ ਸੀਗਾ MK ਗਾਂਧੀ ਨੇ। ਮੀਨਜ਼ ਮੋਹਨ ਦਾਸ ਕਰਮਚੰਦ ਗਾਂਧੀ। ਮੀਨਜ਼ ਕੀ ਹੋ ਗਿਆ? ਮਹਾਤਮਾ ਗਾਂਧੀ। ਹਿੰਦ ਸਵਰਾਜ ਕੀ ਸੀਗਾ? ਮਹਾਤਮਾ ਗਾਂਧੀ ਜੀ ਨੇ ਇਹ 1908 ਦੇ ਵਿੱਚ ਇਹ ਕੀ ਕਹਿੰਦੇ ਸੀ? 1908 ਦੇ ਵਿੱਚ ਲੰਡਨ ਤੋਂ ਦੱਖਣੀ ਅਫਰੀਕਾ ਜਾ ਰਹੇ ਸੀਗੇ। ਉਹਨਾਂ ਨੇ ਜਹਾਜ਼ ਦੇ ਵਿੱਚ ਬੈਠੇ ਇਹ ਲਿਖਿਆ ਸੀਗਾ, ਪਰ ਉਦੋਂ ਇਹ ਥੋੜ੍ਹਾ ਜਿਹਾ ਅਧੂਰਾ ਰਹਿ ਗਿਆ ਸੀ। ਫਿਰ ਕੀ ਹੋਇਆ ਸੀਗਾ? ਜਦੋਂ ਦੱਖਣੀ ਅਫਰੀਕਾ ਤੋਂ ਭਾਰਤ ਵਾਪਸ ਆਇਆ, ਮੀਨਜ਼ 1915 ਦੇ ਵਿੱਚ ਵਾਪਸ ਆਏ ਸੀਗੇ। ਸੋ ਉਦੋਂ ਉਹਨਾਂ ਨੇ ਇਹਨੂੰ ਪੂਰਾ ਕੀਤਾ ਸੀਗਾ ਹਿੰਦ ਸਵਰਾਜ ਨੂੰ। ਸੋ ਕਿਹਦੇ ਦੁਆਰਾ ਲਿਖਿਆ ਹੋਇਆ? ਇਹ MK ਗਾਂਧੀ ਜੀ ਦੇ ਦੁਆਰਾ ਲਿਖਿਆ ਹੋਇਆ ਗਾ। ਨੈਕਸਟ, ਨਿਮਨਲਿਖਤ ਵਿੱਚੋਂ ਕਿਸ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਪ੍ਰਾਪਤ ਹੋਇਆ ਗਾ? ਆਲ ਇੰਡੀਆ ਤ੍ਰਿਣਮੂਲ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਜਾਂ ਬਹੁਜਨ ਸਮਾਜ ਪਾਰਟੀ। ਸੋ ਕਿਹੜੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲਿਆ ਗਾ? ਇਹ ਮਿਲਿਆ ਗਾ ਆਮ ਆਦਮੀ ਪਾਰਟੀ ਨੂੰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਕੀ ਹੋਇਆ? ਭਾਰਤੀ ਚੋਣ ਕਮਿਸ਼ਨ ਦੇ ਕੋਲ ਇਹ ਪਾਵਰ ਹੁੰਦੀ ਹੈ ਕਿਸੇ ਪਾਰਟੀ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਦੇਣਾ ਅਤੇ ਉਹ ਤੋਂ ਰਾਸ਼ਟਰੀ ਪਾਰਟੀ ਦਾ ਦਰਜਾ ਖੋਹਣਾ। ਇਹ ਸਾਰੀ ਪਾਵਰ ਭਾਰਤੀ ਚੋਣ ਕਮਿਸ਼ਨ ਦੇ ਕੋਲੇ ਹੁੰਦੀ ਹੈਗੀ। ਸੋ ਹੁਣ ਜੋ ਕਿ ਆਮ ਆਦਮੀ ਪਾਰਟੀ ਨੂੰ ਨੈਸ਼ਨਲ ਪਾਰਟੀ ਦਾ ਦਰਜਾ ਮਿਲਿਆ ਗਾ, ਪਰ ਕੁਛ ਕੁ ਪਾਰਟੀਆਂ ਤੋਂ ਕੀ ਆ ਨੈਸ਼ਨਲ ਪਾਰਟੀ ਦਾ ਦਰਜਾ ਵਾਪਸ ਵੀ ਲਿਆ ਗਿਆ, ਜਿਵੇਂ ਕਿ ਕੀ NCP ਜਿਹਨੂੰ ਰਾਸ਼ਟਰਵਾਦੀ ਕਾਂਗਰਸ ਵੀ ਕਿਹਾ ਜਾਂਦਾ ਗਾ, ਅਤੇ TMC ਤੋਂ ਵੀ ਰਾਸ਼ਟਰੀ ਪਾਰਟੀ ਦਾ ਦਰਜਾ ਵਾਪਸ ਲਿਆ ਗਿਆ। ਮੀਨਜ਼ ਤ੍ਰਿਣਮੂਲ ਕਾਂਗਰਸ ਤੋਂ, ਭਾਰਤੀ ਕਮਿਊਨਿਸਟ ਪਾਰਟੀ ਤੋਂ ਵੀ, CPI ਤੋਂ ਵੀ ਰਾਸ਼ਟਰੀ ਪਾਰਟੀ ਦਾ ਦਰਜਾ ਵਾਪਸ ਲਿਆ ਗਿਆ ਗਾ। ਹੁਣ ਕੁੱਲ ਮਿਲਾ ਕੇ ਰਾਸ਼ਟਰੀ ਪਾਰਟੀਆਂ ਕਿੰਨੀਆਂ ਗਾ? 6 ਆ। ਕਿਹੜੀਆਂ ਉਹ ਦੇਖੋ ਕੇਂਦਰੀ ਚੋਣ ਕਮਿਸ਼ਨ ਵੱਲੋਂ ਆਮ ਆਦਮੀ ਪਾਰਟੀ ਨੂੰ ਦਰਜਾ ਦਿੱਤਾ ਗਿਆ ਗਾ। ਇਹ ਤੁਹਾਨੂੰ ਦੱਸ ਹੀ ਦਿੱਤਾ ਗਾ ਕਿਹੜੀਆਂ ਪਾਰਟੀਆਂ। ਭਾਰਤੀ ਜਨਤਾ ਪਾਰਟੀ ਮੀਨਜ਼ BJP ਆ ਗਈ, ਕਾਂਗਰਸ ਆ ਗਈ, ਬਹੁਜਨ ਸਮਾਜ ਪਾਰਟੀ ਆ ਗਈ ਮੀਨਜ਼ ਬਸਪਾ, ਭਾਰਤੀ ਕਮਿਊਨਿਸਟ ਪਾਰਟੀ ਆ ਗਈ ਮਾਰਕਸਵਾਦੀ ਵਾਲੀ, ਅਤੇ ਨੈਸ਼ਨਲ ਪੀਪਲਜ਼ ਪਾਰਟੀ ਆ ਗਈ ਅਤੇ ਆਮ ਆਦਮੀ ਪਾਰਟੀ ਆ ਗਈ। ਇਹ ਸਾਰੀਆਂ 6 ਪਾਰਟੀਆਂ ਕੀ ਆ ਹੁਣ ਨੈਸ਼ਨਲ ਪਾਰਟੀਆਂ ਗਾ। ਪੇਪਰ ਦੇ ਵਿੱਚ ਪੁੱਛ ਸਕਦੇ ਕਿਹੜੀਆਂ ਇਹ ਪਾਰਟੀਆਂ, ਇਹਨਾਂ ਦੇ ਚੋਣ ਨਿਸ਼ਾਨ ਕਿਹੜੀਆਂ ਪਾਰਟੀਆਂ, ਇਹਨਾਂ ਦੇ ਮੇਨ ਲੀਡਰ ਪ੍ਰਧਾਨ ਕੌਣ ਆ ਗਏ, ਕਿਹਨਾਂ ਨੂੰ ਪਾਰਟੀ ਨੇ ਬਣਾਇਆ ਗਾ। ਇਹ ਸਾਰੀਆਂ ਚੀਜ਼ਾਂ ਤੁਹਾਡੇ ਧਿਆਨ ਦੇ ਵਿੱਚ ਹੋਣੀਆਂ ਚਾਹੀਦੀਆਂ ਗੀਆਂ। ਨੈਕਸਟ, ਅਬਰਕ ਦੇ ਉਤਪਾਦਨ ਵਿੱਚ ਭਾਰਤ ਦਾ ਸੰਸਾਰ ਵਿੱਚ ਕਿਹੜਾ ਸਥਾਨ ਹੈਗਾ? ਸੋ ਕਿਹੜਾ? ਪਹਿਲਾ, ਦੂਸਰਾ, ਤੀਸਰਾ ਜਾਂ 6ਵਾਂ? ਅਬਰਕ ਦੇ ਉਤਪਾਦਨ ਵਿੱਚ ਭਾਰਤ ਦਾ ਤੀਸਰਾ ਸਥਾਨ ਹੈਗਾ। ਆਪਸ਼ਨ C ਇਜ਼ ਦਾ ਰਾਈਟ ਆਨਸਰ। ਨੈਕਸਟ,
ਬੰਗਾਲ ਦੀ ਵੰਡ ਸਮੇਂ ਗਵਰਨਰ ਜਨਰਲ ਕੌਣ ਸੀਗਾ? ਸੋ ਜਦੋਂ ਬੰਗਾਲ ਦੀ ਵੰਡ ਹੋਈ ਆ, ਕਦੋਂ ਹੋਈ ਆ ਬੰਗਾਲ ਦੀ ਵੰਡ? 1905 ਦੇ ਵਿੱਚ। ਕਿਹਨੇ ਕਰਾਈ ਸੀ ਇਹ? ਲਾਰਡ ਕਰਜ਼ਨ ਨੇ ਕਰਵਾਈ ਸੀ। ਸੋ ਕਿਹੜਾ ਉੱਤਰ ਬਣ ਜੂਗਾ? ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਕਦੋਂ ਵੰਡ ਹੋਈ ਸੀ? 1905 ਦੇ ਵਿੱਚ। ਸੋ ਬੰਗਾਲ ਦੀ ਵੰਡ ਇੱਕ ਬ੍ਰਿਟਿਸ਼ ਪ੍ਰੈਜ਼ੀਡੈਂਸੀ ਦੇ ਦੁਆਰਾ ਕੀਤੀ ਗਈ ਸੀਗੀ। ਉਸ ਸਮੇਂ ਜੋ ਬੰਗਾਲ ਦਾ ਗਵਰਨਰ ਸੀਗਾ ਉਹ ਸੀਗਾ ਲਾਰਡ ਕਰਜ਼ਨ। 1905 ਦੇ ਵਿੱਚ ਇਹਨੇ ਬੰਗਾਲ ਦੀ ਵੰਡ ਦੀ ਘੋਸ਼ਣਾ ਕੀਤੀ ਸੀਗੀ। ਸੋ ਇਹ ਬੰਗਾਲ ਦੀ ਵੰਡ 1905 ਦੇ ਵਿੱਚ ਹੋ ਗਈ ਸੀ, ਪਰ 1911 ਦੇ ਵਿੱਚ ਕੀ ਹੋਇਆ ਸੀ? ਇਹ ਵੰਡ ਰੱਦ ਕਰਤੀ ਸੀਗੀ। ਇਹ ਕਿਹਨੇ ਕੀਤੀ ਸੀਗੀ? ਲਾਰਡ ਹਾਰਡਿੰਗ ਨੇ। ਕਿਉਂਕਿ ਰਾਜਨੀਤਿਕ ਅਸ਼ਾਂਤੀ ਕਹਿ ਲਓ, ਚਾਹੇ ਪੱਧਰ ਬਹੁਤ ਉੱਚਾ ਹੋ ਗਿਆ ਸੀਗਾ। ਸੋ ਲਾਰਡ ਹਾਰਡਿੰਗ ਨੂੰ ਇਹ ਜੋ ਸੀਗੀ ਬੰਗਾਲ ਦੀ ਵੰਡ ਕੈਂਸਲ ਕਰਨੀ ਪਈ ਸੀ 1911 ਦੇ ਵਿੱਚ। ਕਿਹਨੇ ਕਰਾਈ ਸੀਗੀ? ਕਰਜ਼ਨ ਨੇ ਕਰਵਾਈ ਸੀਗੀ ਅਤੇ ਹਾਰਡਿੰਗ ਨੇ ਕੈਂਸਲ ਕੀਤੀ ਸੀਗੀ 6 ਸਾਲਾਂ ਬਾਅਦ। ਨੈਕਸਟ, ਚੀਨੀ ਯਾਤਰੀ ਹਿਊਨ ਸਾਂਗ ਕਿਸ ਰਾਜੇ ਦੇ ਰਾਜ ਕਾਲ ਦੇ ਸਮੇਂ ਭਾਰਤ ਆਇਆ ਸੀਗਾ? ਕਨਿਸ਼ਕ, ਹਰਸ਼ਵਰਧਨ, ਸਮੁੰਦਰਗੁਪਤ ਜਾਂ ਚੰਦਰਗੁਪਤ ਪਹਿਲਾ। ਸੋ ਹਿਊਨ ਸਾਂਗ ਜੋ ਚੀਨੀ ਯਾਤਰੀ ਸੀਗਾ ਇਹ ਆਇਆ ਸੀਗਾ ਹਰਸ਼ਵਰਧਨ ਦੇ ਸਮੇਂ ਆਇਆ ਸੀਗਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਕਲਾਰ ਖਾਨਾਂ ਵਿੱਚੋਂ ਕਿਹੜਾ ਖਣਿਜ ਪਦਾਰਥ ਪਾਇਆ ਜਾਂਦਾ? ਸੋ ਕਲਾਰ ਦੀਆਂ ਖਾਨਾਂ ਕਿਹੜੀ ਸਟੇਟ ਦੇ ਵਿੱਚ ਆ? ਪਹਿਲਾਂ ਤਾਂ ਕਰਨਾਟਕਾ ਦੇ ਵਿੱਚ। ਕਿਹੜਾ ਖਣਿਜ ਪਦਾਰਥ ਪਾਇਆ ਜਾਂਦਾ? ਕੋਲਾ, ਅਪਰਿਕ, ਸੋਨਾ ਜਾਂ ਬਾਕਸਾਈਡ। ਸੋ ਇਹ ਇੱਥੇ ਪਾਇਆ ਜਾਂਦਾ ਗਾ ਸੋਨਾ ਸੀਗਾ ਪਾਇਆ ਜਾਂਦਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਸੋ ਇਹ ਸੀ ਅੱਜ ਦੀ ਆਪਣੀ ਕਲਾਸ। ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ। ਬਹੁਤ ਇੰਪੋਰਟੈਂਟ ਇਹ ਪ੍ਰਸ਼ਨ ਸੀ ਸਾਰੇ, ਜੋ ਕਿ ਬਾਰ-ਬਾਰ ਪੇਪਰਾਂ ਦੇ ਵਿੱਚ ਪੁੱਛੇ ਹੋਏ ਪ੍ਰਸ਼ਨ ਸੀਗੇ। ਸੋ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਪਿਆਰਾ ਜਿਹਾ ਕਮੈਂਟ ਜ਼ਰੂਰ ਦਿਆ ਕਰੋ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਅਤੇ ਜੋ ਵੀ ਤੁਹਾਡਾ ਮਿੱਤਰ, ਸਾਥੀ, ਦੋਸਤ, ਭੈਣ, ਭਰਾ ਪੀਐਸ ਟੈਟ ਦੀ ਤਿਆਰੀ ਕਰਦਾ ਗਾ, ਜਿਹਦਾ ਕੰਬੀਨੇਸ਼ਨ SST ਆ, ਉਹਨੂੰ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ। ਸੋ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਅਤੇ ਨੈਕਸਟ ਜਾਣਕਾਰੀ ਦੇ ਨਾਲ। ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।